18ਵੀਂ ਅਸ਼ਟਪਦੀ ਬਖਸ਼ਿਸ਼ ਕਰ ਰਹੇ ਨੇ। ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗਲੇ। ਗਰਭ ਤੋਂ ਭਾਵ ਹੰਕਾਰ ਦੇ ਵਿੱਚ ਗਲ ਗਏ ਅੱਜ ਤੱਕ ਵੱਡੇ ਵੱਡੇ ਹੰਕਾਰ ਕਰਨ ਵਾਲੇ। ਇਸ ਪਾਠ ਦਾ ਆਮ ਤੌਰ 'ਤੇ ਕਈਆਂ ਨੂੰ ਭੁਲੇਖਾ ਲੱਗਦਾ ਹੁੰਦਾ। ਗੱਗਾ, ਰਾਰਾ ਤੇ ਬੱਬਾ ਗਰਭ ਗਲੇ। ਬਹੁਤ ਸਾਰੇ ਪ੍ਰੇਮੀਆਂ ਨੂੰ ਸ਼ੰਕਾ ਹੁੰਦੀ ਕਿ ਭੱਬਾ ਅੱਖਰ ਹੋਵੇਗਾ। ਗਰਭ ਗਲੇ ਪਾਠ ਨਹੀਂ ਹੈ, ਗਰਭ ਗਲੇ। ਗਰਭ ਹੁੰਦਾ ਹੰਕਾਰ। ਰਾਵਣ, ਹਰਨਾਕਸ਼ ਵਰਗੇ, ਕੰਸ ਵਰਗੇ, ਨਰੰਗੇ ਵਰਗਿਆਂ ਦੇ ਆਮ ਆਪਾਂ ਪ੍ਰਮਾਣ ਦਿੰਦੇ ਆ ਕਿ ਉਹ ਹੰਕਾਰ ਕਰਕੇ ਹੀ ਮਾਰੇ ਗਏ। ਸੰਸਾਰ ਦੇ ਅੰਦਰ ਜਦੋਂ ਵੀ ਕਿਸੇ ਨੂੰ ਹੰਕਾਰ ਹੋਇਆ, ਪਰਮੇਸ਼ਰ ਨੂੰ ਹੰਕਾਰ ਨਹੀਂ ਭਾਉਂਦਾ। ਸੋ ਇਸ ਕਰਕੇ ਅੱਜ ਸਤਿਗੁਰੂ ਦੱਸਣਗੇ ਆਪਾਂ ਨੂੰ ਕਿ ਹੰਕਾਰ ਕੀ ਚੀਜ਼ ਹੈ, ਕਿਵੇਂ ਹੁੰਦਾ ਹੈ। ਗੱਲ ਗੱਲ 'ਤੇ ਆਪਾਂ ਨੂੰ ਹੰਕਾਰ ਹੁੰਦਾ। ਗੱਲ ਗੱਲ ਵਿੱਚ ਆਪਾਂ ਮਨ ਕਰਕੇ ਹੰਕਾਰੀ ਹੋ ਜਾਂਦੇ ਆ, ਸਰੀਰ ਕਰਕੇ, ਬਾਣੀ ਕਰਕੇ, ਬੋਲੀ ਵਿੱਚ ਸਾਡੀ 'ਚ ਹੰਕਾਰ ਆ ਜਾਂਦਾ। ਮਹਾਰਾਜ ਕਹਿੰਦੇ ਹਰ ਜੀਉ ਹੰਕਾਰ ਨਾ ਭਾਵਈ। ਅਕਾਲ ਪੁਰਖ ਵਾਹਿਗੁਰੂ ਨੂੰ ਹੰਕਾਰ ਨਹੀਂ ਭਾਉਂਦਾ, ਵੇਦ ਕੂਕ ਸੁਣਾਵੇ। ਸੋ ਇਸ ਤਰ੍ਹਾਂ ਸਤਿਗੁਰਾਂ ਨੂੰ ਹੰਕਾਰ ਨਹੀਂ ਭਾਉਂਦਾ, ਨਿਮਰਤਾ ਵਾਲਾ ਪੁਰਸ਼ ਪ੍ਰਵਾਨ ਹੁੰਦਾ। ਅੱਜ ਜੋ ਸਾਡੇ ਵਿੱਚ ਖਾਸ ਕਰਕੇ ਕਮੀ ਹੈ ਸਾਰਿਆਂ 'ਚ, ਕਲਗੀਧਰ ਮਹਾਰਾਜ ਵੀ ਜਿਸ ਗੱਲ ਦੀ ਬਹੁਤ ਭਾਰੀ ਸ਼ਿਕਾਇਤ ਕਰਦੇ ਨੇ ਆਪਣੇ ਪ੍ਰਤੀ, ਉਹ ਆਪਣੀ ਇਹੀ ਹੈ ਕਿ ਆਪਾਂ ਹੰਕਾਰ ਬਹੁਤ ਕਰ ਜਾਂਦੇ। ਚਾਹੀਦਾ ਤਾਂ ਅਸੀਂ ਨਿਮਰਤਾ, ਮਾੜਾ ਜਿਹਾ ਕਿਤੇ ਕੁਝ ਹੋ ਜੇ ਬਸ ਇਹ ਰੱਬ ਹੀ ਰਾਖਾ ਹੁੰਦਾ। ਇਸ ਗੱਲ ਉੱਤੇ ਆਪਣਾ ਕੋਈ ਕਿੰਤੂ ਨਹੀਂ ਹੈ, ਪਰ ਇਸ ਗੱਲ ਦੇ ਉੱਤੇ ਵਿਚਾਰ ਕਰਕੇ ਦੇਖੋ, ਜਿਹਨੇ ਵੀ ਮਾੜਾ ਜਿਹਾ ਕਿਤੇ ਬਾਣਾ ਪਾ ਲਿਆ, ਬਾਣੀ ਦਾ ਨਹੀਂ ਫਿਰ ਉਹ ਪੜ੍ਹਦਾ, ਬਸ ਬਾਣੀ ਦਾ ਹੀ ਹੰਕਾਰ ਕਰੀ ਜਾਂਦਾ। ਜਿਹਨੇ ਮਾੜਾ ਜਿਹਾ ਕਿਤੇ ਅੰਮ੍ਰਿਤ ਛਕ ਲਿਆ, ਫਿਰ ਉਹ ਗੱਲ ਹੀ ਤਾਹਾਂ ਦੀ ਕਰਦਾ। ਇਹ ਚੀਜ਼ ਬੜੀ ਨਿਮਰਤਾ ਵਾਲੀ। 10ਵੇਂ ਪਾਤਸ਼ਾਹ ਨੇ ਜਦ ਪੰਜਾਂ ਨੂੰ ਅੰਮ੍ਰਿਤ ਛਕਾਇਆ, ਪੰਜਾਂ ਨੇ ਪਹਿਲਾਂ ਆਪਣੇ ਸੀਸ ਅਰਪਣ ਕੀਤੇ ਨੇ। ਦੇਖ ਲਓ ਬਈ ਕਿੰਨੀ ਨਿਮਰਤਾ। ਸਿਰ ਦੀਜੈ ਕਾਣ ਨਾ ਕੀਜੈ। ਫਿਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੀਰ ਆਸਣ ਹੋ ਕੇ ਅੱਗੇ ਬੈਠ ਕੇ ਚੂਲਾ ਕਰਕੇ, ਖਾਲਸਾ ਜੀ ਦਾਸ ਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ। ਸਾਡੇ ਪਿਤਾ ਜੀ ਵਿੱਚ ਕਿੰਨੀ ਨਿਮਰਤਾ। ਅਕਾਲ ਪੁਰਖੋ ਵਾਚ ਇਸ ਕੀਟ ਪ੍ਰਤ, ਕਹਿੰਦੇ ਨੇ ਮੋਕਾ ਉਦਾਸ ਤਵਨ ਕਾ ਜਾਨੋ। ਔਰ ਬਾਣੀ ਦੇ ਅੰਦਰ ਸਤਿਗੁਰਾਂ ਨੇ ਇੰਨੇ ਵੱਡੇ ਹੋ ਕੇ, ਤਿੰਨਾਂ ਲੋਕਾਂ ਦੇ ਮਾਲਕ ਹੋ ਕੇ, ਦਾਸਾ ਭਾਵ ਧਾਰਿਆ ਮੈਂ ਨਿਰਗੁਣਿਆਰੇ ਕੋ ਗੁਣ ਨਾਹੀਂ, ਆਪੇ ਤਰਸ ਪਏ ਹੋਈ। ਸੋ ਆਪਾਂ ਵੀ ਸਾਰੇ ਇਸ ਗੱਲ ਦਾ ਖਿਆਲ ਕਰੀਏ ਕਿ ਆਪਾਂ ਜਿੱਥੇ ਇੱਕ ਖੰਭ ਹੈ ਬਾਣਾ, ਉੱਥੇ ਨਾਲ ਬਾਣੀ ਵੀ ਧਾਰਨ ਕਰਨੀ। ਬਾਣੀ ਪੜ੍ਹਨੀ ਤੇ ਬਾਣਾ ਪਾਉਣਾ, ਦੋਨੋਂ ਹੀ ਚੀਜ਼ਾਂ ਮਹਾਰਾਜ ਨੇ ਬਖਸ਼ਿਸ਼ ਕੀਤੀਆਂ ਨੇ। ਜਿੰਨਾ ਉੱਚਾ ਵਿਦਵਾਨ ਹੋ ਜਾਂਦਾ, ਬਹੁਤਾ ਚੰਗਾ ਜਿਹੜੇ ਮਹਾਂਪੁਰਖ ਹੁੰਦੇ ਨੇ, ਉਹਨਾਂ 'ਚ ਉਨੀ ਨਿਮਰਤਾ ਆਉਣੀ ਸ਼ੁਰੂ ਹੋ ਜਾਂਦੀ। ਤੇ ਜਿਵੇਂ ਆਮ ਕਿਸੇ ਬੰਦੇ ਕੋਲ ਕਿਤੇ ਇੱਕ ਕਿਤਾਬ ਪੜ੍ਹੀ ਨਹੀਂ ਤੇ ਫਿਰ ਉੱਥੇ ਹੀ ਹੰਕਾਰ ਚੜ੍ਹ ਜਾਂਦਾ, ਮੈਨੂੰ ਬਹੁਤ ਪਤਾ, ਮੈਨੂੰ ਬੜਾ ਗਿਆਨ ਹੈ। ਗਿਆਨ ਦਾ ਤਾਂ ਕੋਈ ਅੰਤ ਹੀ ਨਹੀਂ ਹੈ। ਗਿਆਨ ਤਾਂ ਬੇਅੰਤ ਬੇਅੰਤੀ ਆ ਬਸ। ਇਸ ਕਰਕੇ ਅੱਜ ਦੇ ਉਪਦੇਸ਼ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਨਿਮਰਤਾ ਵਿੱਚ ਆਓ ਭਾਈ। ਸ਼ਲੋਕ ਉਚਾਰਨ ਕੀਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਸ। ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ, ਮੈਨੂੰ ਆਪਣਾ ਸਿੱਖ ਬਣਾ ਲਓ। ਮਹਾਰਾਜ ਨੇ ਬਚਨ ਕਿਹਾ, ਸਿੱਖ ਬਣਨਾ ਬੜਾ ਮੁਸ਼ਕਲ ਹੈ, ਪਰ ਬਾਰ-ਬਾਰ ਬੇਨਤੀ ਕਰਦਾ ਹੈ, ਕਿਹਾ ਕਿ ਮੈਨੂੰ ਆਪਣਾ ਸਿੱਖ ਬਣਾ ਲਓ। ਸਤਿਗੁਰੂ ਜੀ ਕਹਿਣ ਲੱਗੇ, ਪਹਿਲਾਂ ਸਾਡਾ ਕੰਮ ਕਰ, ਫਿਰ ਤੈਨੂੰ ਸਿੱਖ ਬਣਾਵਾਂਗੇ। ਉਹਨੇ ਬਚਨ ਕੀਤਾ, ਜੋ ਕਹੋਗੇ ਮੈਂ ਉਹੀ ਕਰਾਂਗਾ। ਮਹਾਰਾਜ ਨੇ ਇੱਕ ਹੁਕਮਨਾਮਾ ਲਿਖ ਕੇ ਉਹਦੇ ਹੱਥ ਫੜਾ ਕੇ ਕਿਹਾ ਕਿ ਫਲਾਣੇ ਸਿੱਖ ਨੂੰ ਇਹ ਹੁਕਮਨਾਮਾ ਦੇ ਆ, ਪਰ 100 ਰੁਪਈਆ ਦਰਸ਼ਨ ਭੇਟਾ ਲੈ ਕੇ ਹੁਕਮਨਾਮਾ ਦੇਵੀਂ। ਮਹਾਰਾਜ ਦੇ ਹੁਕਮ ਅਨੁਸਾਰ ਚੱਲ ਪਿਆ। ਚਲਦਿਆਂ ਚਲਦਿਆਂ ਉਹ ਸਿੱਖ ਦੇ ਘਰ ਪਹੁੰਚ ਗਿਆ। ਜਾ ਕਰਕੇ ਪੈਰੀਂ ਪਵਣਾ ਜੱਗ ਵਰਤਾਇਆ। ਉਦੋਂ ਪੈਰੀਂ ਪੈਣਾ ਹੀ ਕਹਿੰਦੇ ਸੀ ਇੱਕ ਦੂਜੇ ਨੂੰ। ਉਸ ਵਕਤ ਆਪ ਜੀ ਦੇ ਗੁਰਦੇਵਾਂ ਨੇ ਇਹ ਕਿਹਾ, ਸਿੱਖ ਨੇ ਜਾ ਕੇ ਸਿੱਖ ਨੂੰ, ਕਿ ਮਹਾਰਾਜ ਨੇ ਤੁਹਾਡੇ ਵੱਲ ਹੁਕਮਨਾਮਾ ਭੇਜਿਆ, ਪਰ 100 ਰੁਪਈਆ ਦਰਸ਼ਨ ਭੇਟਾ ਦਿਓ।
ਤਾਂ ਇਹ ਹੁਕਮਨਾਮਾ ਮਿਲੇਗਾ। ਹੁਣ ਸਿੱਖ ਗਰੀਬ ਸੀ, ਘਰ ਵਿੱਚ 100 ਰੁਪਈਆ ਨਹੀਂ, ਪਰ ਸਿੱਖ ਨੂੰ ਪਲੰਘ ਤੇ ਬਿਠਾ ਕੇ ਜਲ ਪਾਣੀ ਛਕਾਇਆ। ਆਪ ਘਰ ਦਾ ਸਮਾਨ ਵੇਚਣ ਚਲਿਆ ਗਿਆ। ਕੋਈ ਘਰ ਦਾ ਸਮਾਨ ਵੇਚ ਕੇ 100 ਰੁਪਈਆ ਲਿਆ ਕੇ ਉਹ ਸਿੱਖ ਨੂੰ ਦੇ ਕੇ ਹੁਕਮਨਾਮਾ ਲੈ ਲਿਆ। ਸਿਰ ਤੇ ਰੱਖ ਕੇ ਹੁਕਮਨਾਮੇ ਨੂੰ ਮੱਥਾ ਟੇਕ ਕੇ ਸਤਿਕਾਰ ਕੀਤਾ। ਜਿਸ ਵੇਲੇ ਹੁਕਮਨਾਮਾ ਖੋਲ੍ਹ ਕੇ ਪੜ੍ਹਿਆ ਤਾਂ ਉਹਦੇ ਵਿੱਚ ਸਤਿਗੁਰੂ ਮਹਾਰਾਜ ਨੇ ਬਚਨ ਲਿਖਿਆ ਹੋਇਆ ਸੀ ਕਿ ਕਾਰ ਸੇਵਾ ਵਾਸਤੇ 500 ਰੁਪਈਆ ਜ਼ਰੂਰ ਭੇਜਣਾ। ਭਾਵੇਂ ਉਹ ਸਿੱਖ ਜਿਹੜਾ ਗਰੀਬ ਸੀ, ਪਰ ਉਹਨੇ ਮੱਥੇ ਤੇ ਵੱਟ ਨਹੀਂ ਪਾਇਆ, ਨਾ ਹੀ ਸੰਕਲਪ ਕੀਤਾ ਮਨ ਦੇ ਅੰਦਰ ਕਿ ਗੁਰੂ ਮਹਾਰਾਜ ਨੇ ਇਹ ਮੈਨੂੰ ਕੀ ਲਿਖ ਕੇ ਭੇਜਤਾ, ਮਹਾਰਾਜ ਸੱਚੇ ਪਾਤਸ਼ਾਹ ਤਾਂ ਲਾਲਚ ਕਰਦੇ ਨੇ, ਐਂ ਤਾਂ ਨਹੀਂ ਕਿਹਾ ਉਹਨੇ। ਇਹ ਪੁਰਾਣੇ ਸਿੰਘਾਂ ਦੀ ਗੱਲ ਦੱਸਦੇ ਆਪਾਂ, ਪੁਰਾਤਨ ਗੁਰਸਿੱਖਾਂ ਦੇ ਬਚਨ ਸੁਣਾਉਂਦੇ ਆ। ਸੋ ਜਿਸ ਵੇਲੇ ਰੁਪਏ ਦੇ ਬੰਦੋਬਸਤ ਕਰਨ ਵਾਸਤੇ ਘਰੋਂ ਬਾਹਰ ਨਿਕਲਿਆ ਤਾਂ ਰਾਹ ਜਾਂਦਿਆਂ ਇੱਕ ਢੰਡੋਰਾ ਦੇਣ ਵਾਲਾ ਹੁੰਦਾ, ਅਨਾਉਂਸਮੈਂਟ ਕਰਨ ਵਾਲਾ। ਉਹਨੇ ਢੋਲ ਵਜਾ ਕੇ ਆਖਿਆ ਕਿ ਅੱਜ ਫਲਾਣੇ ਥਾਂ ਤੇ ਪਹਿਲਵਾਨਾਂ ਦੀ ਕੁਸ਼ਤੀ ਹੋਣੀ ਹੈ, ਜਿਹੜਾ ਵੀ ਮਸਕੀਨੀਏ ਪਹਿਲਵਾਨ ਨਾਲ ਕੁਸ਼ਤੀ ਕਰੇਗਾ ਉਹਨੂੰ ਇਨਾਮ ਮਿਲੇਗਾ। ਜੇ ਮਸਕੀਨੀਏ ਨੂੰ ਢਾਹ ਲਵੇਗਾ ਤਾਂ 1000 ਰੁਪਈਆ ਇਨਾਮ ਮਿਲੇਗਾ, ਜਿਹੜਾ ਹਾਰੇਗਾ ਉਹਨੂੰ ਰਾਜਾ 500 ਇਨਾਮ ਦੇਵੇਗਾ। ਸੋ ਇਹ ਗੱਲ ਸੁਣ ਕੇ ਸਿੱਖ ਬੜਾ ਪ੍ਰਸੰਨ ਹੋਇਆ ਤੇ ਦਿਲ ਵਿੱਚ ਕਹਿੰਦਾ ਕਿ ਗੁਰੂ ਸਾਹਿਬਾਨ ਨੇ ਆਪਣਾ ਕੰਮ ਆਪ ਹੀ ਸਵਾਰ ਲਿਆ। ਉਸ ਵੇਲੇ ਉਹ ਸਿੱਖ ਮੱਲਾ ਖਾੜੇ ਵੱਲ ਦੌੜ ਪਿਆ। ਰਾਹ ਵਿੱਚ ਇੱਕ ਖੂਹ ਵਗਦਾ ਸੀ, ਜਿਸ ਉੱਤੇ ਬਹੁਤ ਲੋਕ ਇਕੱਠੇ ਸਨ। ਸਿੱਖ ਨੇ ਉੱਥੇ ਪਹੁੰਚ ਕੇ ਕਿਹਾ, ਪਰੇ ਹਟ ਜਾਓ, ਪਹਿਲਾਂ ਮੈਨੂੰ ਪਾਣੀ ਪੀ ਲੈਣ ਦਿਓ, ਕਿਉਂਕਿ ਦੌੜੇ ਨੂੰ ਪਿਆਸ ਲੱਗੀ ਹੈ। ਅੱਗੇ ਮਸਕੀਨੀਆਂ ਆਪ ਹੀ ਖਲੋਤਾ ਸੀ ਉੱਥੇ ਭਲਵਾਨ। ਉਹਨੇ ਕਿਹਾ, ਤੂੰ ਹੁਣ ਤਾਂ ਆਉਂਦਾ ਪਿਆ, ਤੈਨੂੰ ਕਿਹੜੀ ਗੱਲ ਦੀ ਕਾਹਲੀ ਪਈ ਹੋਈ, ਸ਼ਹਿਰ ਜਾ ਘੜੀ। ਸਿੱਖ ਕਹਿਣ ਲੱਗਿਆ, ਮੈਨੂੰ ਕਾਹਲੀ ਇਸ ਕਰਕੇ ਆ, ਮੈਂ ਮਸਕੀਨੀਏ ਪਹਿਲਵਾਨ ਨਾਲ ਕੁਸ਼ਤੀ ਕਰਨੀ ਹੈ, ਇਸ ਲਈ ਸਭ ਤੋਂ ਪਹਿਲਾਂ ਜਾਣਾ ਚਾਹੁੰਦਾ। ਮਸਕੀਨੀਏ ਨੇ ਕਿਹਾ, ਕਿਉਂ ਐਵੇਂ ਅਜਾਈ ਮੌਤ ਮਰਦਾ ਹੈ, ਤੂੰ ਤਾਂ ਉਹਦੀ ਇੱਕ ਚਪੇੜ ਵੀ ਨਹੀਂ ਸਹਾਰ ਸਕਣੀ, ਏਡਾ ਸੁਗੜੂ ਜਿਹਾ ਤਾਂ ਹੈਗਾ ਤੂੰ। ਇਹ ਗੱਲ ਸੁਣ ਕੇ ਸਿੱਖ ਨੇ ਆਪਣਾ ਹਾਲ ਸੁਣਾਇਆ ਕਿ ਮੇਰੇ ਗੁਰੂ ਸਾਹਿਬ ਨੇ ਸੇਵਾ ਲਈ 500 ਰੁਪਈਆ ਮੰਗਿਆ, ਉਹਨਾਂ ਦਾ ਵਚਨ ਪੂਰਿਆਂ ਕਰਨ ਵਾਸਤੇ ਮੈਂ ਕੁਸ਼ਤੀ ਕਰਨ ਚੱਲਿਆ ਹਾਂ। ਇਹ ਮੈਂ ਸਮਝਦਾ ਹਾਂ ਕਿ ਉਹਦੇ ਨਾਲ ਮੈਂ ਕੁਸ਼ਤੀ ਨਹੀਂ ਕਰ ਸਕਦਾ, ਪਰ ਗੁਰੂ ਸਾਹਿਬ ਦੇ ਨਿਮਿੱਤ ਜਾਨ ਦੇਣ ਨੂੰ ਤਿਆਰ ਹਾਂ। ਸਿੱਖ ਪਾਸੋਂ ਸਿਦਕੀ ਗੱਲ ਸੁਣ ਕੇ ਮਸਕੀਨੀਏ ਭਲਵਾਨ ਦਾ ਦਿਲ ਪਿੰਗਲ ਗਿਆ, ਬਈ ਧੰਨ ਹੈ ਸਿੱਖ, ਬਈ ਗੁਰੂ ਸਾਹਿਬ ਨੂੰ 500 ਦੇਣ ਲਈ ਇਹਨੂੰ ਇਹ ਨਹੀਂ ਪਰਵਾਹ ਮੇਰੀਆਂ ਹੱਡੀਆਂ ਟੁੱਟ ਜਾਣਗੀਆਂ, ਜਾਂ ਮੈਂ ਹਾਰ ਜਾਵਾਂਗਾ ਜਾਂ ਮੈਂ ਮਰ ਜਾਵਾਂਗਾ। ਸੋ ਉਸ ਵਕਤ ਮਸਕੀਨੀਆਂ ਪਹਿਲਵਾਨ ਕਹਿਣ ਲੱਗਿਆ, ਮੈਂ ਹੀ ਆ ਮਸਕੀਨੀਆਂ, ਤੂੰ ਫਿਕਰ ਨਾ ਕਰ, 2-4 ਹੱਥ ਵਿਖਾ ਕੇ ਮੈਂ ਤੇਰੇ ਨਾਲ ਆਪੇ ਹੀ ਥੱਲੇ ਢਹਿ ਜਾਵਾਂਗਾ। ਜੇ ਤੂੰ ਮੇਰੇ ਉੱਤੇ ਚੜ ਜਾਵੀਂ, ਬਸ ਢਾਹ ਕੇ ਮੈਂ ਆਪੇ ਹੀ ਢਹਿ ਜਾਣਾ, 1000 ਰੁਪਈਆ ਤੈਨੂੰ ਮਿਲੇਗਾ, ਠੀਕ ਹੈ। ਤੇ ਇਸ ਪ੍ਰਕਾਰ ਜਿਹੜਾ 500 ਢਹਿਣ ਦਾ ਮੈਨੂੰ ਮਿਲਣਾ, ਉਹ ਵੀ ਮੈਂ ਤੈਨੂੰ ਹੀ ਦੇ ਦਿਆਂਗਾ। ਤੇਰੇ ਕੋਲ 1500 ਰੁਪਈਆ ਹੋ ਜਾਣਾ। ਗੁਰੂ ਸਾਹਿਬ ਦੀ ਤੂੰ ਸੇਵਾ ਕਰੀ ਨਾਲ ਭਾਈ, ਮੇਰਾ ਵੀ ਹਿੱਸਾ ਪੈ ਜੂ ਸੇਵਾ ਦੇ ਵਿੱਚ। ਇਹ ਵੀ ਧੰਨਤਾਯੋਗ ਗੱਲ ਹੈ ਕਿ ਇੱਕ ਭਲਵਾਨ ਹਾਰਨਾ ਪਸੰਦ ਕਰਦਾ ਗੁਰੂ ਸਾਹਿਬ ਦੇ ਵਾਸਤੇ। ਇਸ ਤਰ੍ਹਾਂ ਗੱਲਾਂ ਬਾਤਾਂ ਕਰਕੇ ਢੋਲ ਢਮੱਕੇ ਵੱਜੇ, ਦੁਨੀਆ ਇਕੱਠੀ ਹੋਈ। ਜਦੋਂ ਮਸਕੀਨ ਸਾਹਮਣੇ ਸਿੱਖ ਆਇਆ, ਕੱਪੜੇ ਉਤਾਰ ਕੇ ਤਾਂ ਹੋਰ ਵੀ ਪਤਲਾ ਜਿਹਾ ਦਿਖੇ, ਕਾਂਗੜੀ ਪਹਿਲਵਾਨ। ਸਾਰੇ ਹੀ ਲੋਕ ਹੱਸਣ ਲੱਗੇ, ਉੱਚੀ ਉੱਚੀ ਕਰੀ ਜਾਣ, ਉਹ ਕਿਉਂ ਮੌਤ ਆਈ ਤੇਰੀ, ਕਿਉਂ ਇਹਦਾ ਲੜਦਾ। ਪਰ ਇਹ ਦੋਵੇਂ ਮਾੜਾ ਮੋਟਾ ਜਿਹਾ ਸੰਸਾਰ ਦੇ ਲੋਕਾਂ ਨੂੰ ਦਿਖਾਵਾ ਜਿਹਾ ਕਰ ਕਰਾ ਕੇ ਮਸਕੀਨੀਆਂ ਥੱਲੇ ਡਿੱਗ ਪਿਆ। ਬੜੇ ਲੋਕ ਹੈਰਾਨ ਵੀ ਪਤਲੇ ਜੇ ਸਿੱਖ ਨੇ ਢਾਹ ਲਿਆ। ਉਸ ਵਕਤ ਜਦੋਂ ਉਹਦੀ ਕੰਡ ਲੱਗ ਗਈ, ਸਿੱਖ ਉੱਤੇ ਚੜ੍ਹ ਕੇ ਬੈਠ ਗਿਆ, ਤਾੜੀਆਂ ਮਾਰੀਆਂ ਲੋਕਾਂ ਨੇ, ਮਸਕੀਨੀਆਂ ਹਾਰ ਗਿਆ। ਉਹ ਸੁੱਕਿਆ ਜਿਹਾ ਸਿੱਖ ਕਹਿੰਦੇ ਜਿੱਤ ਗਿਆ ਬਈ। ਉਸ ਵੇਲੇ 1000 ਰੁਪਈਆ ਇਨਾਮ ਤੇ ਮਸਕੀਨੀਏ ਨੂੰ 500 ਰੁਪਏ ਮਿਲ ਗਿਆ। ਮਸਕੀਨੀਏ ਨੇ ਕਿਹਾ, ਜਿਸ ਗੁਰੂ ਦੇ ਪਿੱਛੇ ਤੂੰ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹੋ ਗਿਆ, ਮੈਨੂੰ ਉਹ ਦੱਸ ਗੁਰੂ ਸਾਹਿਬ ਉਹ ਹੈ ਕਿੱਥੇ, ਉਹ ਗੁਰੂ ਦਾ ਦਰਸ਼ਨ ਮੈਨੂੰ ਵੀ ਕਰਵਾ ਦੇ। ਸਿੱਖ ਨੇ ਕਿਹਾ, ਤੂੰ ਮੇਰੇ ਨਾਲ ਚੱਲ। ਪਹਿਲਾਂ ਉਹਨਾਂ ਨੂੰ ਘਰ ਲਿਆ ਕੇ ਜਲ ਪਾਣੀ ਛਕਾਇਆ, ਫਿਰ ਜਿਸ ਸਿੱਖ ਨੂੰ ਘਰ ਬਿਠਾ ਕੇ ਗਿਆ ਸੀ, ਉਸ ਸਿੱਖ ਨੂੰ ਤੇ ਮਸਕੀਨੀਏ ਪਹਿਲਵਾਨ ਨੂੰ ਨਾਲ ਲੈ ਕੇ ਤੁਰ ਪਿਆ। ਚੱਲਦੇ ਚੱਲਦੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਪਹੁੰਚੇ।
जिथे गुरु अर्जन देव जी एकांत जगह ते बैठ के श्री सुखमनी साहब उचारण कर रहे सी, पुछदे पुछदे उत्थे आ पहुंचे। गुरु जी अगे भेटा रख के सिख ने मत्था टेकिया, फिर मस्कीनीए ने भी भेटा रख के गुरु चरणों च मत्था टेकिया। उस वेले गुरु साहब जी बहुत खुश हो के फिर सतगुरां ने शाबाश दिती मस्कीनीए नूं। सो कुदरती उहदा नाम ही मस्कीनिया सी। मस्कीन नाम हुंदा गरीब दा। हम गरीब मस्कीन प्रभ तेरे हर राख राख वड वड्डा है। सो जिन्हें इस प्रकार कर्म किया, सतगुरु महाराज सच्चे पातशाह फरमाउंदे ने श्लोक उच्चारण करके, सुखी बसै मस्कीनिया आप निवार तले। ये मस्कीनिया पहलवान तू सुखी बसेगा, क्योंकि तू अपने बल ते हंकार नूं दूर करके सिख दे तले भाव हेठां डिग पिया, अपनी कंड लवा लई हार गया। बड़े बड़े अहंकारियां नानक गर्भ गले। धन गुरु अर्जन देव साहब महाराज फरमाउंदे ने कि रावण ते दरजोधन वर्गे जो बड़े बड़े हंकारी सी, सो ਉਹ ਜਿਹੜੇ ਸੀ गर्भ हंकार ਦੇ ਵਿੱਚ ਆ ਕੇ ਹੀ ਸੜ ਗਏ, ਸਭ ਗਲ ਗਏ ਮਾਤਾ ਦੇ ਉਦਰ ਵਿੱਚ, ਭਾਵੇਂ ਹੁਣ ਕਹਿ ਲਈਏ ਨਾਨਕ ਗਰਭ ਗਲੇ। ਪਰ ਉਹ ਗਰਭ ਹੰਕਾਰ ਕਰਕੇ ਹੀ ਗਲ ਗਏ। ਸਭ ਨੂੰ ਸਾਂਝਾ ਉਪਦੇਸ਼ ਦਿੰਦਿਆਂ ਹੋਇਆਂ ਗੁਰੂ ਸਾਹਿਬ ਕਹਿੰਦੇ, ਜਿਹੜਾ ਬੰਦਾ ਮਸਕੀਨੀਆਂ ਬਣ ਜਾਂਦਾ, ਗਰੀਬੀ ਆਦਿਕ ਗੁਣਾਂ ਨੂੰ ਧਾਰਨ ਕਰਦਾ, ਆਪਾ ਭਾ ਹੰਕਾਰ ਨੂੰ ਨਿਵਰਤ ਕਰਕੇ ਸਰੀਰ ਦੇ ਸਾਰੇ ਅੰਗਾਂ ਤੋਂ ਤਲੇ ਜੋ ਚਰਨ ਨੇ ਉਹਨਾਂ ਚਰਨਾਂ ਦੀ ਧੂੜੀ ਗ੍ਰਹਿਣ ਕਰਦਾ, ਉਹ ਬੰਦਾ ਸੁਖੀ ਵੱਸਦਾ। सतगुरु महाराज फरमाउंदे ने जो जाति अभिमान करके बड़े हंकारी है ते विद्या दे अभिमान करके बड़े हंकारी है, वो हमेशा गर्भ तो भाव हंकार विच गलदे ही रहंदे ने। कमर कटारा बंकड़ा बंके का असवार, गर्भ न कीजै नानका मत सिरे आवे भार। अष्टपदी 8 पौड़ियां बख्शिश कर रहे ने महाराज। इसे हंकार ते समझाउंदे ने आपां नूं। जिसका अंतर राज अभिमान सो नरक पाती होवत सुआन। जिस बंदे दे हिरदे अंदर राज भाग दा हंकार हुंदा, राज दा बड़ा हंकारी हुंदा कि मेरा राज है, मैं जो मर्जी कर सकदा, हंकार करके जीवां दे उत्ते जुल्म करदा है, ਉਹ महाराज सच्चे पातशाह कहने सो नरक पाती होवत सुआन। ਹੁਣ ਸਵਾਨ ਕਹਿੰਦੇ ਨੇ ਕੂਕਰ ਨੂੰ, ਜਿਹਨੂੰ ਆਮ ਲੋਕੀ ਵਰਤਦੇ ਅੱਖਰ ਕੁੱਤਾ। ਆਮ ਤੌਰ ਤੇ ਆਪਾਂ ਕਥਾ ਵਿੱਚ ਕੂਕਰ ਅੱਖਰ ਕਹਿੰਦੇ ਹਾਂ। ਬਾਣੀ ਅੰਦਰ ਕੂਕਰ ਵੀ ਆਇਆ, ਕੁੱਤਾ ਵੀ ਆਇਆ, ਸਵਾਨ ਵੀ ਆਇਆ ਤੇ ਸਾਗ ਅੱਖਰ ਵੀ ਆਇਆ, ਸੱਸਾ ਗੱਗਾ ਸਾਗ। ਉਹ ਸਵਾਨ ਜਿਹੜਾ ਹੈ, ਲੋਭੀ ਪੁਰਸ਼ ਨਰਕਾਂ ਵਿੱਚ ਪਾਤੀ ਤੋਂ ਭਾਵ ਪਤਨ ਭਾਵ ਡਿੱਗਣ ਵਾਲਾ ਹੋ ਜਾਂਦਾ। ਉਹ ਪੁਰਸ਼ ਕੂਕਰਾਂ ਵਾਲੇ ਨਰਕ ਵਿੱਚ ਪਾਤੀ ਪੈਣ ਵਾਲਾ ਹੁੰਦਾ, ਉੱਥੇ ਉਹਨੂੰ ਕੁੱਤੇ ਹੀ ਵੜ ਵੜ ਖਾਂਦੇ ਨੇ। ਉਹ ਪੁਰਸ਼ ਨਰਕਾਂ ਵਿੱਚ ਪੈ ਕੇ ਨਰਕਾਂ ਦਾ ਦੁੱਖ ਭੋਗ ਕੇ ਮੁੜ ਕੇ ਕੂਕਰ ਦੀ ਜੂਨ ਵਿੱਚ ਪੈਂਦਾ। ਜਿਵੇਂ ਭਾਈ ਦਇਆ ਸਿੰਘ ਧਰਮ ਸਿੰਘ ਜਦੋਂ ਜਫਰਨਾਮਾ ਲੈ ਕੇ ਗਏ ਨੇ, ਉਦੋਂ ਨਾਲ ਇੱਕ ਵੱਡਾ ਸਾਰਾ ਕਾਲੇ ਰੰਗ ਦਾ ਕੁੱਤਾ ਵੀ ਅੰਦਰ ਗਿਆ ਸੀ। ਔਰੰਗਜ਼ੇਬ ਕਹਿੰਦਾ, ਇਹ ਕੁੱਤਾ ਕਿਉਂ ਲਿਆਂਦਾ ਮੇਰੇ ਰਾਜ ਦੇ ਵਿੱਚ, ਅੰਦਰ ਕਿਉਂ ਲੈ ਕੇ ਆਏ ਸਭਾ 'ਚ। ਮਹਾਰਾਜ ਦੀ ਇਹੋ ਜਿਹੀ ਕਲਾ ਵਰਤੀ। ਕੂਕਰ ਬੋਲ ਕੇ ਕਹਿੰਦਾ, ਕੋਈ ਨਹੀਂ, ਆਉਣਾ ਤਾਂ ਸਾਡੇ 'ਚ ਹੀ ਆ ਮਰ ਕੇ, ਬੋਲ ਆ ਜਿਹੜਾ ਤੂੰ ਬੋਲਣਾ। ਉੱਥੇ ਵੀ ਇੱਕ ਕੌਤਕ ਹੋ ਗਿਆ ਸੀ। ਇਹ ਵੀ ਗੱਲ ਸਹੀ ਆ ਕਿ ਕੂਕਰ ਵੱਢ ਵੱਢ ਕੇ ਖਾਂਦੇ ਨੇ ਅੱਗੇ, ਉੱਥੇ ਵੀ ਇੱਕ ਨਰਕਾਂ ਵਿੱਚ ਵੀ ਇਹੀ ਜਿਹੀ ਗੱਲ ਹੋ ਜਾਂਦੀ। ਸੋ ਇੱਕ ਬਹੁਤ ਪੁਰਾਣੀ ਮੈਨੂੰ ਗੱਲ ਯਾਦ ਹੈ, ਬੜੀ ਇਸ ਸਮੇਂ ਦੀ ਗੱਲ ਕਿ 60-61 ਦੀ ਗੱਲ ਹੋਣੀ ਆ। ਕੋਈ ਬੰਦਾ ਸੀ, ਉਹ ਸਾਡੇ ਨਾਨੀ ਜੀ ਕਾਫੀ ਪਾਠ ਪੂਜਾ ਕਰਦੇ ਸੀ। ਸੁਨੇਹਾ ਲੈ ਕੇ ਆਏ, ਕਹਿੰਦੇ ਜੀ ਉਹ ਫਲਾਨਾ ਬਹੁਤ ਦੁਖੀ ਆ, ਹਾਏ ਹਾਏ ਕਰਦਾ, ਸਰੀਰ ਨਹੀਂ ਛੁੱਟਦਾ ਉਹਦਾ, ਬਜ਼ੁਰਗ ਦਾ। ਤਾਂ ਜਦੋਂ ਜਾ ਕੇ ਬੈਠੇ, ਕਹਿੰਦੇ ਦੱਸ ਭਾਈ ਕੀ ਗੱਲ ਹੈ? ਕਹਿੰਦੇ ਸਰੀਰ ਛੱਡਣਾ, ਜੇ ਮੂਹਰੇ 100 ਕੁੱਤਾ ਖੜਾ, ਕਹਿੰਦੇ ਬਾਹਰ ਨਿਕਲ, ਇਹਨੂੰ ਪਾੜ ਪਾੜ ਕੇ ਖਾਵਾਂਗੇ। ਉਸ ਵਕਤ ਨਾਨੀ ਜੀ ਕਹਿਣ ਲੱਗੇ ਵੀ ਗੱਲ ਕੀ ਹੋ ਗਈ? ਕਹਿੰਦੇ ਤੁਹਾਨੂੰ ਪਤਾ ਹੀ ਹੈ ਕਿ ਮੈਂ ਜਿੱਥੇ ਵੀ ਕੁੱਤੇ ਨੂੰ ਸੁੱਤਾ ਦੇਖਦਾ ਸੀ, ਸੋਟਾ ਮਾਰ ਕੇ ਸਿਰ ਪਾੜ ਦਿੰਦਾ ਸੀ। ਕਹਿੰਦਾ ਮੈਂ ਸਾਰੀ ਜ਼ਿੰਦਗੀ 'ਚ 100 ਕੁ ਕੁੱਤਾ ਮਾਰਿਆ ਹੋਣਾ।
कहने हुण मैं मरदा पर वो मूहरे खड़े आ, मेरी जान नहीं निकलती, मैनू हुण देख देख डर लगदा। नानी कहण लगी इत्थे तां तेरा खिहड़ा हुण छुट जाना, चलो बाणी नाल हो जाना कल्याण, अगे नहीं तेरा कुछ कर सकते असीं, वो तां तैनूं लेखा देना ही पैना। जपजी साहब का पाठ किया, जल दिता उहनूं, जल छकाउंदे ही शरीर छड्ड गया। अगे की बनिया वो तां फिर उहनूं ही पता होना। इस करके सतगुरु महाराज कहते ने हंकार राज का करना बड़ा ही पैड़ा, ना करे कोई ये। हंकार जिहड़ा है उहनूं सतगुरु अकाल पुरख वाहिगुरु संत महात्मा पसंद नहीं करते। जो जानै मैं जोबनवंत सो होवत बिष्टा का जंत। जिहड़ा ये जानदा कि मैं बड़ी जवान अवस्था वाला, मेरे वर्गा कोई जवान नहीं, मेरे वर्गी किसी की सुहप्पण नहीं, ताकत नहीं, मेरे वर्गा कद नहीं, ऐ बड़ा फूं फूं करदा फिरदा हुंदा, जवानी की ताकत च मस्त होकर गरीबां नूं कई दुख ही देण लग जांदे ने। महाराज कहने वो पुरुष मर के गंदगी का कीड़ा बनदा। सो होवत बिष्टा का जंत। ਜਿਹੜੇ फैसले गुरु ग्रंथ साहिब दे विच आ गए ने, इनू कोई टाल नहीं सकता, कंडैम नहीं कर सकता, कुछ नहीं होना। होना यही है ਜਿਹੜਾ लिखता धुर की बाणी आप निरंकार है, निरंकार फैसला सुना रहा। ये ध्यान रखियो अपना, आपां ने गलती नहीं करनी कदे यही जी। आपां नहीं कहना मैं जोबनवंत हाँ। महाराज कहने ना भाई, नीवे हो के चलना आपां ने। आपस कहो कर्मवंत कहावै, जन्म मरै बहु जोन भरमावै। ਜਿਹੜਾ ਬੰਦਾ ਆਪਣੇ ਆਪ ਨੂੰ शुभ कर्मां ਦੇ ਕਰਨ वाला ਕਹਾਉਂਦਾ है, मैं बड़ा कर्मकांडी, मैं बड़ा कर्मवंत हाँ, मैं बड़ा ये हाँ, अपने कीते कर्मां ਦਾ ही हंकार करी जांदा। ठीक है, कर्म करो पर हंकार ना करो, कर्म करो पर वो कामना ना करो। एक तो कर्म आपां ने निष्काम होके करना, एक कर्म हंकार तो रहत होके हमेशा करना। कोई भी कर्म करना ये सिੱਖੀ ਦਾ ਸਿੱਖਣਾ यही हुंदा। आपां कहने मैं सिੱਖ हाँ, सिੱਖੀ अपने कोल कित्थे? सिੱਖੀ ਤਾਂ ਪਹਿਲੀਆਂ 4 पंक्तियां चों नज़र आउण लग गई, इन्नी की सिੱਖੀ है, इन्ना हंकार। कर्मवंत कहाउंदा अपने आप नूं, मैं बड़ा कर्म करदा। जन्म मरै बहु जोन भरमावै, वो जमदा मरदा होया बहुत जूनियां विच भरमदा भटकदा ही रहिंदा हर वक्त। सतगुरु कहंदे ने कर्मां दा हंकार नहीं करना कि मैं आह कर्म करदा, मैं आह करदा। कुछ भी करते हो तो गुप्त रूप च ही चंगा हुंदा, उहदा फल ज़्यादा हुंदा। दिखावे दा कर्म नहीं करीदा हुंदा, समझाउण दी गल हुंदी। वो कर्म जिहड़ा संसार देखदा है, महापुरख जिन्ना कर्म करते ने सारा गुप्त रूप विच करते ने, वो प्रगट रूप विच कोई कर्म ही नहीं करते। वो कहंदे किते हौमे ही ना हो जावे इस गल दी। धन भूम का जो करै गुमान, सो मूर्ख अंधा अज्ञान। जिहड़ा बंदा धन अते जमीन का हंकार करदा है, कहंदे वो मूर्ख है, अंधा है ते अज्ञानी बंदा है। वो मूर्ख अज्ञान करके अंधा है। क्यों हंकार करदा पैसे का, क्यों जमीनां जायदादां दा कहंदे हंकार करदा है? नाल लैके आया सी संसार दे अंदर, ना तां नाल लैके आउंदा, नाल लैके जांदा ही। वर्तमान समय च हंकार काहदा? आपां नूं हमेशा जदों आपां जन्म लिया सी वो टाइम याद रखना चाहिए, जदों कपड़ा भी नहीं सीगा अपने ते जाण वेले भी अपने उत्ते की होना, जदों नंगा दोजक चालिया तां दिसै खरा डरावना, कर औगण पछोतावना। ये तां सतगुरु 5 कारी सिख दा पड़दा ढकदे ने। सतगुरु जी सिख नूं प्रेम पटोला दे के पड़दा ढक दिंदे ने, पर आम बंदा जिहड़ा गुरु तो रहत है, उहनूं इन्हां सारियां चीज़ां दा सामना करना पैंदा। महाराज कहने निमरता जरूर रखनी गुरसिखो भाई, निमरता जरूर रखो। कर किरपा जिस कै हिरदै गरीबी बसावै, नानक ईहा मुक्त आगै सुख पावै। वाहिगुरु किरपा करके जिस बंदे दे हिरदे च गरीबी भाव बसाउंदा, निमरता वाला गुण होवे। बहुत वड्डे वड्डे जिहड़े ब्रह्म ज्ञानी ने, वो हमेशा कहणगे असीं तां जी दास हैं, सेवादार हैं, साडे तां जी कीड़ी दी ताकत है नहीं। ते जिहदे विच माड़ी जी किते आ जांदी आ, उही परमात्मा बन के बैठ जांदा।
ਹਾਲੇ तक कोई गल खास नहीं है, पहला ही अपने आप नूं कहाउण लग पिया रब। इस करके सतगुरु महाराज कहते ने जिहदे हिरदे विच वाहिगुरु अंदर गरीबी, गरीबी नाम नाल आउणी, गरीबी गदा हमारी गुरमुख हृदय गरीबी आवै, नानक इहां मुक्त आगै सुख पावै। वो बंदा इत्थे इस लोक विच बंधना तो छुट के अगे परलोक विच सुख प्राप्त करदा, इस लोक विच सुख पाउंदा, अगे मुक्त परलोक विच मुक्ति प्राप्त कर लैंदा। धनवंता होए कर गरबावै, तृण समान कछ संग न जावै। हुण जिहड़ा पुरुष धनवंता हो के धनाड़ हो के हंकार करन विच आ जांदा, मेरे को बहुत पैसा, सतगुरु कहते पैसे का हंकार तां कर जे पैसा विचों एक भी परलोक नूं चलिया जावे। इत्थों तो परलोक नूं शरीर भी नहीं जाना। गुरु नानक साहब ने जिवें दुनी चंद नूं कहा सूई रख संभाल के, कहते गाहां परलोक विच तेरे कोलों लै लवांगे। वो भी यह भोला ही सी, घरे लिया इस्त्री नूं देती, ये संभाल के रख सूई। कहते ये की, कहते महाराज ने कहा भी जदों परलोक च मिलांगे आपां उत्थे मैं ते इत्थों लै लूँगा। घर वाली कहण लगी तुसीं सियाणे बियाणे हो, शरीर तां नाल नहीं जांदा बंदे दा, कोई चीज़ नाल नहीं जांदी। तुहाडे पिता जी चढ़ाई करके गए, कोई नाल गई चीज़, ये सूई किवें लै जाओगे नाल? फिर लिआया मोड़ के। महाराज मेरी इस्त्री कहती भी उत्थे नाल तां कुछ भी नहीं जांदा। महाराज सच्चे पातशाह कहण लगे तेरे नाल ते इस्त्री होई सियाणी तेरी दुनी चंद, कोई उन्होंने तो पता भी नाल नहीं जाती, ते तू 7 लाख रुपया जिहड़ा जमा कीता है ये गरीबां दा खून चूस चूस के नाल लैके जाना। फिर महाराज की करा? कहते वो लोक परलोक विच धन काम आउंदा, नाम धन, ओनू जमा कर जे करना। कहते ये पैसा भी तेनू उत्ते दबा सकदे, इहदा फल मिल जू तैनू। वो किवें? कहते 7 लाख गरीबां च वंड दे, बड़े बड़े लंगर ला दे, गरीबां नू कपड़ा दे, किसी नू जोड़ा दे, किसी नू माया की लोड़ है दे, किसी दे घर बन जाणगे। वो ਜਿਹੜੀਆਂ फिर पैसे नाल दे के जदों उन्हां दीयां असीसां तैनूं मिलणगीਆਂ ना, वो असीसां तैनूं तार देणगीਆਂ। बस इस करके तू नाम जप किरत कर ते आ पैसा इकट्ठा ना कर। सतगुरु कहने तृण समान कछ संग ना जावै। जदों इहने नाल ही नहीं जाना तां फिर इहदा हंकार छड्ड दिओ। कहंदे बहु लश्कर मानक ऊपर करे आस, पल भीतर ताका होए विनाश। जिहड़ा बंदा बार बार ये काम करदा कि 4 प्रकार की जिहड़ी सैना लश्कर हुंदी फौज, सैना उत्ते बहुती आसा करदा है, ये सैना मेरी मदद करेगी। बहुतियां फौजां उत्ते ते मनुखां उत्ते आसा करदा, वो पुरुष दा सगों एक पल दे विच ही नाश हो जांदा, एक पल विच ही खत्म हो जांदा। कोई चीज़ नाल तां जांदी नहीं। सिकंदर दियां सारियां फौजां ही तां इत्थे रह गईयां, राज भी इत्थे रह गया। ये दिमाग दे उत्ते एक पर्दा पै जांदा बंदे दे, वो पर्दा लाउणा पैंदा, दस के उहनूं हंकार घटाउणा पैंदा। सब ते आप जानै बलवंत, खिन मह होए जाए भसमंत। हुण जिस शरीर दे उत्ते माण करदा, कहंदे जिस अपने शरीर नूं सारियां तो वध बल वाला समझदा, मैं बड़ा तकड़ा बई, तकड़े तां परे तो परे पए ने, पैसिਆਂ वाले भी परे तो परे पए ने। तकड़ा की करेगा? क्यों? मरण समय वही शरीर एक खिन विच भस्म हो जाता। इस करके अपने आप नूं कदे ना समझो कि मैं बल वाला बड़ा। सतगुरु जी कहने गुरसिੱਖੀ दा सिखना सिख लो, आपां की नहीं करना ये सिख लो। हंकार नहीं करना कदे भी, शरीर दा, विद्या दा, पैसे दा, सब हंकार छड्ड दिओ। राज दा राज मद नहीं करना। किसै न बधै आप अहंकारी, धर्म राय तिस करे खुआरी। जिहड़ा बंदा आप हंकारी हो के अपने तुल होर किसे नूं बधै तो भाव विददा ही नहीं, जानदा ही नहीं, इन्ना हंकारी। फतेह बुलाइए फतेह का जवाब ही नहीं दिंदा मूहरे। कईयां च बहुत ही ज़्यादा अकड़ेवां आ जांदा। मैं किसी नूं ला के नहीं कहना किते आखां भी मैनूं किसी ने फतेह नहीं बुलाई। वैसे सुते सिद्ध गल करते आपां, जां होर भी कई गल हुंदी, कई बुलाउंदे ही नहीं, उही आकड़ खां जी बने रहिंदे ने। महाराज कहंदे तूं कल नहीं आकड़दा,
आ सारे दुनिया मेरी हुई आ सारिਆਂ ਵਿੱਚ ਤਾਂ मेरी जोत आ, क्यों नफरत करदा किसी नाल। इस करके ਜਿਹੜਾ ਕਹਿੰਦੇ ਨੇ ਆਪਣੇ ਹੋਰ ਕਿਸੇ ਬਰਾਬਰ ਸਮਝਦਾ ਹੀ ਨਹੀਂ ਕਿਸੇ ਨੂੰ कि मैं ही हाँ बस। धर्म राय तिस करे खुआरी, अंत नूं धर्म राजा उहनूं बहुत खराब करेगा, बड़ा कुटेगा। कहने हंकार ना करो भाई, धर्म राय मरण तो बाद तो खराब करदा, फिर इत्थे जिउंदे जी भी कई बार करन लग जांदा। ये नहीं हुंदा कि वह मरण तो बाद ही खराब करदा, वो होर ही पुठे चक्कर चला छड्डदा। फिर अपने उहदे कोल तां फोर्स बहुत ज़्यादा आ, जमदूतां दा किते घाटा उहदे कोले। जिन्ने क अपनी संसार की आबादी इन्ने क उहदे कोल जमदूत रखे हुए ने, क्योंकि उन्हें खंड ब्रह्मंड सामने हुंदे सारे। इस करके वो जदों आउंदे ने, हुण इन्हां गल्लां नूं कई बंदे मैनूं आप प्रतੱਖ कहंदे ने आके भी जद तुसीं पहिलां कदे आह गल्लां सुणाउंदे सी उदों असीं तुहानूं मखौल करदे हुंदे सी। कई बंदे इन्हां गल्लां ते बड़े हੱਸदे आ, मखौल करदे आ। फिर मैनूं महाराज अगे बेनती करनी पैंदी, महाराज आ दिखा तां दिओ इन्हां नूं। ये किते साडे इसे करके सिखां नूं मार पैगी, तुसीं इन्हां नूं दिखाउंदे ही नहीं। एक बार जरूर दर्शन करा दिया करो आ काले जे मूंहां वालिआं दे, फिर ठीक रहिंदा काम, दिमाग जिहा ना सैट रहिंदा फिर। क्योंकि बड़े बड़े तो कई ठीक करते महाराज ने, जिन्हां नूं दिखाया सी ना चमत्कार जिहा, वो तो हो गए ठीक। ते जिन्हों शंका जी हुंदी आ उहनूं दिखा सकदे ने, सच्चे पातशाह ही दिखाउणगे। खड़े खड़े सब कुछ दिख जांदा, पर जिहदा भला करना, जिहनूं तारना हुंदा, उहनूं सब कुछ दिखा दिंदे ने। जिहदा भला ही नहीं करना उहनूं कुछ भी नहीं कहंदे। कहंदे ये तां आप ही खुद ही नरकां वल नूं तुरिया जा रिहा, आपां नूं लोड़ ही नहीं, तां सिद्धा जाके नरकां नूं डिगना है। आपां उहनूं काहनूं रोकीए। इस करके धर्म राय जी उहनूं खुआर करदा, बड़ा खज्जल खुआरी हुंदी है उस बंदे दी। गुर प्रसाद जाका मिटै अभिमान, सो जन नानक दरगह परवान। गुरां दी किरपा करके जेड़े बंदे दा हंकार मिट जांदा गुरां दी किरपा नाल। बाकी चीज़ां मंगणियां छड्ड दिओ, मंगांगे चीज़ भी आजू फिर हंकार आजू। महाराज आ पहला हंकार ही निबेड़ो साडा। मैं गरीबड़ा जिहा ही ठीक है, निमरता ही चंगी आ। हंकार जिहड़ी ਇਹ ਸਾਡੇ ਤੇ परमेश्वर ਦੇ ਵਿਚਕਾਰ ਦੀ ਕੰਧ है। हंकार ਸਾਡੇ ਤੇ गुरु साहब ਦੇ ਵਿਚਕਾਰ ਇੱਕ ਕੰਧ है। हंकार आपां नूं परेशान कर मारदा। हंकार करके फिर बेर जन्म लैना पैंदा मुड़ मुड़ के। पहला ये हंकार रूपी बीमारी नूं दूर करिए। हौमै दीर्घ रोग है, दारू पी इस माहे किरपा करे जे अपनी, तां गुर का शब्द कमाए। वाहिगुरु गुर मंत्र है जप, हौमै खोई। गुर प्रसाद जाका मिटै अभिमान, सो जन नानक दरगह परवान। वो बंदा फिर दरगाह दे विच मंजूर हो जाता। गुरु नानक देव जी, गुरु अर्जन देव जी, गुरु ग्रंथ साहिब जी आपां नूं उपदेश कर रहे ने। कोट कर्म करै हौं धारे, श्रम पावै सगले बिरथारे। ये जीव जिहड़ा करोड़ां कर्म करदा होया बहुत ही थकावट नूं पाउंदा है। ये कर्म करके जो हौं धारे फिर हंगतां नूं धारण करदा है, मैं कीते ने मैं कीते। तो वो कीते हुए सारे कर्म जिहड़े ने बेअर्थ चले जाने, फिर फायदा की होया आपां नूं? जे कर्मां ने बेअर्थ ही जाना है कीते होया ने। कई चीज़ां तुहाडे सामने तो नहीं आउंदियां, महापुरखां कोल रहने असीं चीज़ां ही देख लैंदे। कोई बंदा सी काफ़ी चीज़ां बना गया अपनी जिंदगी, अरबां रुपया लाया होना उस बंदे ने गुरु घर वास्ते। किते सरां बनाई, किते ओह बना, किते ओह बना। उहदे परिवार वाले कहंदे जी वो बंदा जिहड़ा परेशान जिहा घर दा, महापुरख कहंदे इत्थे खबीस बनिया फिरदा। वो सारा टब्बर जिहा नाराज जी हो गया। लो इन्नी सेवा कीती सी, वो तां ऐ सी, वो तां आउं सी। वो महापुरख कहण लगे पढ़ लो बाणी च लिखिया होया, कोट कर्म करै हौं धारे, श्रम पावै सगले बिरथारे। उहदा तां प्रवान ही नहीं होया कुछ उत्थे। निरंकार ने मन्नी ही नहीं उहदी सेवा नूं, क्योंकि जिन्नी सेवा करता सी हंकार 100 गुणे वध करता सी। वो करोड़ां थां ते मैं बनाया, वो मैं बनाया। इदां कहण नाल तुहाडी सेवा उत्थे नहीं लगनी है। ਇੱਥੇ भी सानू घुमदियां नूं कई साल हो गए, कनेडा अमरीका इंग्लैंड होर थावां ते। असीं तां खैर चुप ही रहने आ, चुप ही कर जाईदा भी चलो इहनूं की कहना कुछ। जिथे जाओ ये आपां बनाया सारा है, आपां ऐ कीता, आपां ऐ लोड़ कहण दी। सब जानते हैं महाराज
ਜਦੋਂ ਆਪਾਂ ਕੋਈ ਵੀ ਚੀਜ਼ ਕਹਿੰਦੇ ਕਿ ਮੈਂ ਕੀਤੀ ਹੈ ਇਹ, ਉਹ ਉੱਤੋਂ ਕਾਟਾ ਮਾਰ ਛੱਡਦੇ ਨੇ, ਤੂੰ ਕੀਤੀ ਹੋਈ ਨਹੀਂ, ਕਿਉਂਕਿ ਤੂੰ ਹੰਕਾਰ ਕਰ ਲਿਆ। ਮੈਂ ਤਾਂ ਕੁਝ ਵੀ ਨਹੀਂ ਕੀਤਾ ਪਾਤਸ਼ਾਹ, ਤੂੰ ਹੀ ਕਰਾਇਆ। ਨਿਤਨੇਮ ਕਰਕੇ ਵੀ ਨਾ ਕਹੋ ਕਿ ਮੈਂ ਕੀਤਾ, ਅੰਮ੍ਰਿਤ ਵੇਲੇ ਉੱਠ ਕੇ ਵੀ ਨਾ ਕਹੋ ਕਿ ਮੈਂ ਉੱਠਿਆ ਸੀ ਅੱਜ, ਕੁਛ ਨਹੀਂ ਕਹਿਣਾ, ਸਿਰਫ ਇੱਕੋ ਗੱਲ ਕਹਿਣੀ, ਤੁਸੀਂ ਹੀ ਕਰਾਇਆ। ਨਹੀਂ, ਸਾਡੇ ਵਰਗਿਆਂ 'ਚ ਕਿੱਥੇ ਹਿੰਮਤ ਮਹਾਰਾਜ ਜੀ, ਅਸੀਂ ਕੁਝ ਨਹੀਂ ਕਰ ਸਕਦੇ। ਪਾਤਸ਼ਾਹ ਤੇਰੀ ਕਿਰਪਾ ਨਾਲ ਹੀ ਕਰ ਰਹੇ ਸਾਰਾ ਕੁਝ। ਜ਼ੁਬਾਨ ਤੇਰੀ ਸੱਤਾ ਨਾਲ ਚੱਲਦੀ ਹੈ, ਹੱਥ ਤੇਰੀ ਸੱਤਾ ਦਿੱਤੀ ਹੋਈ ਨਾਲ ਹਿਲਦੇ ਨੇ, ਬੁੱਧੀ ਤੇਰੀ ਸੱਤਾ ਨਾਲ ਕੰਮ ਕਰਦੀ ਹੈ, ਤੇਰੀ ਕਿਰਪਾ। 10ਵੇਂ ਪਾਤਸ਼ਾਹ ਤਾਈਓ ਹਰੇਕ ਛੰਦ ਦੇ ਨਾਲ ਅਥਵਾ 10ਮ ਗ੍ਰੰਥ ਸਾਰੇ ਵਿੱਚ ਉਹਨਾਂ ਇੱਕ ਚੀਜ਼ ਲਿਖੀ, ਤੋ ਹੈ ਪ੍ਰਸਾਦ। ਇਹ ਅੱਖਰ ਵਰਤਿਆ ਹਰ ਥਾਂ ਤੇ, ਜਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ। ਇਸ ਕਰਕੇ ਤੋ ਹੈ ਪ੍ਰਸਾਦ। ਸੋ ਤੇਰੀ ਕਿਰਪਾ ਸੇ ਹੋਂ ਗੂੰਗਾ ਕਹਿਤ ਹੋਂ, ਕਿ 10ਵੇਂ ਪਾਤਸ਼ਾਹ ਲਿਖਦੇ ਨੇ, ਤੇਰੀ ਕਿਰਪਾ ਸੇ ਹੋਂ ਗੂੰਗਾ ਕਹਿਤ। ਮੈਂ ਗੂੰਗਾ ਤੇਰੀ ਕਿਰਪਾ ਨਾਲ ਕਹਿ ਰਿਹਾ, ਤੇਰਾ ਸਦਕਾ ਤੇਰੀ ਸਰਨ, ਤੇਰਾ ਜ਼ੋਰ, ਚਾਚਰੀ ਛੰਦ ਤੇਰੇ ਜ਼ੋਰ ਨਾਲ ਕਹਿ ਰਿਹਾ, ਮੇਰੇ 'ਚ ਕੋਈ ਜ਼ੋਰ ਨਹੀਂ ਹੈ। ਭਗਵਤੀ ਛੰਦ ਤੈ ਪ੍ਰਸਾਦ ਕਥਤੇ, ਤੇਰੀ ਕਿਰਪਾ ਨਾਲ ਕਥਣ ਲੱਗਿਆ ਭਗਵਤੀ ਛੰਦ। ਮੈਂ ਨਾ ਕਹਿਓ, ਸਭ ਤੋਹੇ ਬਖਾਨਿਓ, ਤੁਸੀਂ ਆਪ ਹੀ ਕਹਾਇਆ। ਮਹਾਰਾਜ ਨੇ ਹਰੇਕ ਥਾਂ ਦੇ ਉੱਤੇ ਤੂੰ ਹੀ ਕੀਤਾ, ਤੂੰ ਹੀ ਕੀਤਾ, ਤੂੰ ਹੀ ਕੀਤਾ, ਮੈਂ ਕੁਛ ਨਹੀਂ ਕੀਤਾ। ਮਹਾਰਾਜ ਕਹਿੰਦੇ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ, ਤਰਸ ਪਿਆ ਮੇਰਾ ਮਤ ਹੋਈ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿੰਨਾ ਵੀ ਕਰਮ ਕਰਦੇ ਹੋ ਸਾਰਾ ਫਿਰ ਵਿਅਰਥ ਚਲਿਆ ਜਾਣਾ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਰੇ ਅਵਤਾਰ। ਜਿਹੜੇ ਬੰਦੇ ਅਨੇਕ ਤਰ੍ਹਾਂ ਦੀ ਤਪੱਸਿਆ ਕਰਕੇ ਫਿਰ ਇੰਨੀ ਹਉਮੈ ਹੁੰਦੀ, ਵਾਹਿਗੁਰੂ ਵਾਹਿਗੁਰੂ ਆਖੋ, ਇੰਨੀ ਹਉਮੈ, ਇਹ ਕਾਹਦੀ ਕਰੀ ਫਿਰਦਾ ਹਉਮੈ। ਕਹਿੰਦੇ ਉਹ ਮੁੜ ਮੁੜ ਕੇ ਨਰਕਾਂ ਤੇ ਸਵਰਗਾਂ ਵਿੱਚ ਉਤਰੀ ਜਾਂਦਾ ਬਾਰ-ਬਾਰ। ਰਾਮਚੰਦਰ ਜੀ ਟੁੱਟੀਆਂ ਲੱਤਾਂ ਵਾਲੇ ਕੀੜੇ ਨੂੰ ਚੜ੍ਹਦਾ ਦੇਖਦੇ ਥੰਮਲੇ ਤੇ ਹੱਸ ਪੈਂਦੇ ਨੇ, ਉਹ ਫੇਰ ਡਿੱਗ ਪੈਂਦਾ, ਫੇਰ ਹੱਸ ਪੈਂਦੇ ਨੇ। ਹੁਣ ਉਹਨਾਂ ਦੇ ਗੁਰੂ ਵਸਿਸ਼ਠ ਮੁਨੀ ਜੀ ਕਹਿਣ ਲੱਗੇ, ਮਹਾਰਾਜ ਜੀ ਟੁੱਟੀਆਂ ਲੱਤਾਂ ਵਾਲਾ ਕੀੜਾ ਇਹਨੂੰ ਦੇਖ ਦੇਖ ਹੱਸੀ ਜਾਂਦਾ, ਜੀਵ ਹੈ ਵਿਚਾਰਾ। ਕਹਿੰਦੇ ਮੈਂ ਇਹਦੀ ਟੁੱਟੀਆਂ ਲੱਤਾਂ ਤੋਂ ਨਹੀਂ, ਮੈਨੂੰ ਤਾਂ ਹਾਸਾ ਆਉਂਦਾ। ਕਹਿੰਦੇ 14 ਵਾਰੀ ਸਵਰਗ ਦਾ ਰਾਜਾ ਇੰਦਰ ਬਣ ਚੁੱਕਿਆ ਹੈ, ਆ ਫਿਰਦਾ ਲੱਤਾਂ ਟੁੱਟੀਆਂ। ਕਹਿੰਦੇ ਭਗਤੀ ਨਹੀਂ ਹੋਈ, ਨਾਚ ਗਾਣੇ ਹੀ ਦੇਖਦਾ ਰਿਹਾ, ਹੰਕਾਰ ਹੀ ਕਰੀ ਫਿਰਦਾ। ਉਹ ਬੜੇ ਬੜਿਆਂ ਨੂੰ ਮੁੜ ਮੁੜ ਕੇ ਆਉਣਾ ਪੈਂਦਾ, ਜੂਨਾਂ ਦੇ ਵਿੱਚ ਦੁੱਖ ਭੋਗਣਾ ਪੈਂਦਾ। ਅਨਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕਉ ਕੈਸੇ ਗਵੈ। ਅਨੇਕ ਸਾਧਨਾ ਰੂਪ ਯਤਨਾ ਕਰਕੇ ਜਿਹਦਾ ਮਨ ਦਰਵੀ ਭੂਤ ਕੋਮਲ ਕਿਰਪਾਲੂ ਨਹੀਂ ਹੁੰਦਾ, ਦੱਸੋ ਭਾਈ ਉਹ ਹਰੀ ਦੀ ਦਰਗਾਹ ਵਿੱਚ ਕਿਵੇਂ ਜਾ ਸਕਦਾ? ਹਰੀ ਦੀ ਦਰਗਾਹ ਵਿੱਚ ਉਹਦਾ ਕਿਵੇਂ ਜਸ ਗਾਇਆ ਜਾਵੇਗਾ? ਆਪਸ ਕੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨ ਆਵੈ। ਜਿਹੜਾ ਬੰਦਾ ਆਪਣੇ ਆਪ ਨੂੰ ਸਭ ਤੋਂ ਚੰਗਾ ਕਹਾਉਂਦਾ, ਉਹ ਬੰਦੇ ਦੇ ਨੇੜੇ ਭਲਾਈ ਤਾਂ ਆਉਂਦੀ ਹੋਈ ਨਹੀਂ, ਬਸ ਕਹਿੰਦੇ ਦੂਰ ਹੀ ਰਹਿ ਤੂੰ। ਫਿਰ ਮਹਾਰਾਜ ਤਰੀਏ ਕਿਵੇਂ? ਸਰਬ ਕੀ ਰੇਨ ਜਾ ਕਾ ਮਨ ਹੋਏ, ਕਉ ਨਾਨਕ ਤਾ ਕੀ ਨਿਰਮਲ ਸੋਏ। ਸੋਏ ਹੁੰਦੀ ਸੋਭਾ। ਕਹਿੰਦੇ ਜਿਸ ਬੰਦੇ ਦਾ ਮਨ ਸਾਰਿਆਂ ਦੀ ਚਰਨ ਧੂੜੀ ਹੁੰਦਾ, ਸਤਿਗੁਰੂ ਫਰਮਾਉਂਦੇ ਉਹ ਪੁਰਸ਼ ਦੀ ਨਿਰਮਲ ਸੋਏ ਸੋਭਾ ਹੁੰਦੀ। ਨਿਮਰਤਾ ਵੱਡੀ ਚੀਜ਼ ਹੁੰਦੀ ਹੈ। ਆਪਾਂ ਨੂੰ ਇੱਕ ਗੱਲ ਹੁੰਦੀ ਹੈ, ਮੈਂ ਤੁਹਾਨੂੰ ਇਹ ਕਹਿ ਸਕਦਾ ਤੁਸੀਂ ਜੀ ਬੜੇ ਵੱਡੇ ਹੋ, ਸਾਰੀ ਸੰਗਤ ਬਹੁਤ ਵੱਡੀ ਹੈ, ਮਹਾਨ ਹੈ। ਇਹ ਗੱਲ ਸੰਗਤ ਰੂਪ ਵਿੱਚ ਆਪਾਂ ਇੱਕ ਗੱਲ ਕਹਿੰਦੇ, ਗੁਰੂ ਸਾਹਿਬ ਵੀ ਕਹਿੰਦੇ ਸੰਗਤ ਵੱਡੀ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਪਰ ਕੱਲਾ ਕੱਲਾ ਇਹ ਗੱਲ ਵਿਚਾਰ ਕੇ ਦੇਖੋ, ਪਰ ਆਪਣਾ ਮਨ ਕਿੱਥੇ ਖੜਾ? ਹੰਕਾਰ ਵਿੱਚ ਨਾ ਲੈ ਕੇ ਆਓ ਮਨ ਨੂੰ। ਮਹਾਰਾਜ ਕਹਿੰਦੇ ਹੰਕਾਰ ਤੋਂ ਆਪਣੇ ਆਪ ਨੂੰ ਪਾਸੇ ਕਰ ਲਓ, ਨਿਮਰਤਾ ਵਿੱਚ ਆ ਜਾਓ। ਨਿਮਰਤਾ ਸਿੱਖਣੀ ਪੈਂਦੀ ਹੈ, ਪੁਰਾਣਿਆਂ ਤੋਂ ਲੈ ਕੇ ਸਿੱਖਦੇ ਆ ਰਹੇ ਹਾਂ ਅਸੀਂ, ਸਤਿਯੁਗ ਤੋਂ ਲੈ ਕੇ ਨਿਮਰਤਾ ਸਿੱਖਦੇ ਆ ਰਹੇ ਹਾਂ। ਕਦੇ ਗੁਰੂ ਅਮਰਦਾਸ ਜੀ ਦੀ ਕਥਾ ਨਹੀਂ ਸੁਣੀ? ਸਵਾ ਕਰਕੇ ਜਦੋਂ ਲੱਤ ਮਾਰ ਦਿੱਤੀ ਸੀ ਦਾਤੂ ਨੇ, ਬੱਖੀ 'ਚ ਬੈਠਿਆਂ ਦੇ ਲੱਤ ਮਾਰੀ, ਤੀਜੇ ਪਾਤਸ਼ਾਹ ਨੇ ਕਦੇ ਸੁਣਿਆ? ਬਹੁਤਿਆਂ ਨੇ ਸੁਣਿਆ ਹੀ ਨਹੀਂ। ਮਹਾਰਾਜ ਥੱਲੇ ਡਿੱਗ ਪਏ, ਕਿਉਂਕਿ ਗੁਰੂ ਅੰਗਦ ਦੇਵ ਦਾ ਸਾਹਿਬਜ਼ਾਦਾ ਸੀ। ਉੱਠ ਕੇ ਚਰਨ ਪਕੜ ਲਿਆ, ਤੁਹਾਡੇ ਦਰਦ ਤਾਂ ਨਹੀਂ ਹੋਇਆ ਜੀ? ਕਿਉਂਕਿ ਮੇਰਾ ਸਰੀਰ ਬਜ਼ੁਰਗ ਆ, ਖੰਗੜ ਜਿਹਾ ਹੋਇਆ ਵਿਆ, ਹੱਡੀਆਂ ਜਿਹੀਆਂ ਨਿਕਲੀਆਂ ਕਰਕੇ, ਤੁਹਾਡੇ ਦੁਖਿਆ ਤਾਂ ਨਹੀਂ ਲੱਤ? ਨਾਲੇ ਸਾਰੀ ਉਮਰ ਉਹਦੀ ਲੱਤ ਦੁਖਦੀ ਰਹੀ ਫਿਰ, ਪਰ ਆਪ ਨੇ ਉਹਨੂੰ ਕੁਛ ਨਹੀਂ ਕਿਹਾ।
फिर रोवे महाराज मेरी लत्त का ठीक होगी, बार बार आके रोवे। कहने जद पंजवें पातशाह आउणगे फिर चरनी हथ लाई, फिर तेरी लत्त ठीक होऊ। इस करके महाराज सच्चे पातशाह च बहुत निमरता, अति निमरता है। महापुरखों के जीवन में असी नाल रह रह के देखिया, जिन्नी निमरता महापुरखों च देखी है, सारिਆਂ च ब्रह्म ज्ञानी जिन्ने भी मिले इन्नी निमरता हुंदी है, सानू आप इन्नी शर्म आउंदी हुंदी भी मना तेरे च तां कोई गुण ही नहीं है, ये किन्ना सत्कार करदे तेरा। गुरु साहब जी आप बहुत सत्कार करते संगत का। आपां जिवें सोचते हैं कि सतगुरु इहो जिहे होणगे, साडी सोच तो सतगुरु उल्ट ने। सतगुरु अंदर तो बहुत ही निमरता सच्चे पातशाह च। तुसीं की समझदे हो? सतगुरु तो गुप्त रूप विच कई बार दे परने नाल सारी संगत ते पक्खा ही करी जांदे हैं, पर दींदे नहीं आपां नूं, दिखण लग जांदे, आपां परना कर दिंदे उन्हां नूं, कदे फुੱਲ बरखा करी जांदे हुंदे। हुण ये गल भी तुसीं आए ना कहो भी उदां ही है, ये भी बचन महापुरख ही सानूं दस दिंदे ने कि संगत उत्ते फुੱਲਾਂ दी बरखा कदे परने नाल। वो सतगुरु तुहाडा बहुत सत्कार करदे, तुहानूं तो पता ही नहीं साडा किन्ना सत्कार करदे, तुहाडे लई सारा कुछ। सतगुरु कहंदे ने इन्हीं की कृपा के सजे हम है, नहीं मोह सो गरीब करोड़ परे। मान सत्कार दिता है, धन है गुरां दी निमरता। सतगुरु सानूं निमरता दी दात बख्शिश करन। सो इस प्रकार सतगुरु महाराज ने 3 पौड़ियां दे विच सिੱਖੀ दा सिੱਖਣਾ दस्सिया कि सिੱਖ दा जीवन कैसा होना चाहिए। हंकार की निवृत्ति बहुत जरूरी है सिੱਖੀ नूं कमाउण लई। सो इस करके निमरता बहुत जरूरी। चौथे पातशाह महाराज फरमाउंदे ने मोह कहो कीजै दास दास दासन को, हर दया धार जगन नाथा। कहण नाल कि हंकार की निवृत्ति अलग गल है, जीवन दे विच उहनूं ढाल लेना वड्डी प्राप्ति होवेगी। और वाहिगुरू की बेनती करिए कि सानू इस बहुत भयानक हंकार तो बचाओ, जो माया की सारिਆਂ नालों वड्डी उपाधि हंकार ही है। जदों बंदे दे मन च आ जावे कि मैं हंकार नहीं करना, फिर वो हंकार का त्याग करना हौली हौली सिख जांदा। अते वाहिगुरू नूं यही चीज़ चंगी लगदी कि गुरसिख हंकार ना करे। आओ सतगुरु महाराज जी फरमाउंदे ने, जब लग जाना मुझ ते कछ होए, तब इसका सुख नाही कोए। जदों तक ये मैं करन वाला मनुख ये समझदा है कि जो कुछ हो रहा है ये मैं ही कर रहा, बस जे मैं ना हुंदा मैं ही कर रहा, मैं ही बना रहा, मैं ही संवार रहा, ये गलत फहमी है। मैं अखर की वरतों क्यों करते हैं? गुरु ग्रंथ साहिब महाराज जी करन वाले सारा कुछ आपे ही संभाल लैणगे। सतगुरु जी तो सिर्फ सानू माण वडियाई दिंदे ने भी चल इहनूं बंदे नूं मैं सेवा विच ला के बख्श लवां। सतगुरु कोई सानू हंकार लई सेवा नहीं दिंदे। महाराज तीजे पातशाह कहंदे ने निगुणियां नूं आपे बख्श लए भाई। सो सच्चे पातशाह बख्श लैंदे ने, निगुणियां नूं आपे बख्श लए भाई, अपनी सेवा लाए। ये जिहड़ियां आपां नूं गुरु घरां च सेवावां मिलियां होईयां सारिਆਂ नूं, ये पातशाह ने सानू बख्शण का एक तरीका कढ़िया सी। नहीं तो गुरुद्वारा साहब का सारा इंतजाम गुरु ग्रंथ साहब खुद कर सकते हैं अपनी ताकत दे नाल। ठीक इस तरह ही जिवें किसी बंदे ने जदों श्री अकाल तख्त साहब की सेवा हो रही सी, बाबा ठाकुर सिंह जी नूं किसी बंदे ने फोन ते कहा कि मेरी 45 अरब डॉलर की कुल प्रॉपर्टी है, श्री अकाल तख्त साहब लई सारी हाजिर है, जिन्नी मर्जी ला दे। उन्हें हौमे च कहा। महापुरख बाबा जी कहन लगे कि भाई जिन्हां संगतां दा गुरु नानक साहब ने भला करना है, किसी दे 2 रुपये लगणगे, किसी 10, किसी दा 100, 1000, हुण तेरे कल्ले दा इस तरह नहीं बनना। ये काम हौमे विच आके सेवा प्रवान नहीं होनी। तो इस तरह सतगुरु कहंदे ने हरेक बंदा कहंदा जो कुछ हो रहा मेरे करके हो रहा, मैं कर रहा। जिस अकाल पुरख ने इन्ना वड्डा ब्रह्मंड बना दिता है, कोट ब्रह्मंड बनाए ने करोड़ां ही, ते कुल माया उहदे अधीन है, उहदे लई की औखा कुछ करना। ये तो उन्हें एक बहाना बनाया सेवा का कि इन्हां दा भला कर दी किसी बहाने।
ਸੇਵਾ ਕਰਕੇ ਭਲਾ ਹੁੰਦਾ ਸਾਡਾ। ਹੁਣ ਆਪਾਂ ਨੂੰ ਬਖਸ਼ਣਾ, ਸਾਨੂੰ ਕਥਾ 'ਚ ਲਾਤਾ, ਸਾਰੇ ਸਾਡੇ ਕਿੰਨੇ ਪਾਪ ਸੀ ਕਿ ਸਾਡੇ ਤੇ ਮਿਹਰ ਹੋ ਗਈ, ਸਾਨੂੰ ਉਹਨਾਂ ਨੇ ਬਖਸ਼ਣ ਦਾ ਇੱਕ ਰਾਹ ਕੱਢ ਲਿਆ ਵੀ ਸੇਵਾ ਕਰ ਭਾਈ। ਜਿਹੀ ਜੀ ਕੋਈ ਸੇਵਾ ਕਰ ਸਕਦਾ ਉਹੀ ਜੀ ਸੇਵਾ 'ਚ ਲਾਤਾ ਔਰ ਬਖਸ਼ਣ ਦਾ ਰਸਤਾ ਕੱਢ ਦਿੱਤਾ ਸਾਡਾ। ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰਿਆ, ਕੀਤੇ ਗਨੋ ਅਸੰਖ ਅਵਗੁਣ ਮੇਰਿਆ, ਅਸੰਖ ਅਵਗੁਣ ਖਤੇ ਫੇਰੇ, ਨਿਤ ਪ੍ਰਸਾਦ ਭੂਲੀਐ, ਮੋਹ ਮਗਨ ਵਿਕਰਾਲ ਮਾਇਆ, ਤਉ ਪ੍ਰਸਾਦੀ ਧੂਲੀਐ, ਲੂਕ ਕਰਤ ਵਿਕਾਰ ਵਿਖੜੇ, ਪ੍ਰਭ ਨੇਰਹੂ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰੋ, ਕਾੜ ਭਵ ਜਲ ਫੇਰਿਆ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਵਿਗਾੜ ਹੈ ਦਿਨ ਸਰਾਤ ਹਰ ਲਾਜ ਰਖਾਏ, ਹਮ ਬਾਰਿਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ, ਦਨ ਨਾਨਕ ਦਾਸ ਹਰ ਕਾਢਿਆ ਹਰ ਪੈਜ ਰਖਾਏ। ਹੁਣ ਆਪਾਂ ਤੇ ਆਪਣੇ ਬਖਸ਼ਣ ਦੇ ਵਾਸਤੇ ਬੇਨਤੀ ਕੀਤੀ ਹੈ ਕਿ ਸਾਨੂੰ ਜਿਵੇਂ ਤੁਹਾਨੂੰ ਭਾਉਂਦਾ ਵੀ ਇਹ ਬੰਦਾ ਕਿਵੇਂ ਤਰ ਸਕਦਾ ਸੇਵਾ ਨਾਲ, ਸਿਮਰਨ ਨਾਲ, ਕਥਾ ਕਰਕੇ, ਕੀਰਤਨ ਕਰਕੇ, ਜਾਂ ਝਾੜੂ ਦੇ ਕੇ, ਗੁਰੂ ਘਰ ਦਾ ਲੰਗਰ ਬਣਾ ਕੇ, ਜਾਂ ਕੋਈ ਮਾਇਆ ਨਾਲ ਸੇਵਾ ਕਰਕੇ। ਗੁਰੂ ਸਾਹਿਬ ਨੇ ਸਾਨੂੰ ਬਖਸ਼ਣ ਦੇ ਤਰੀਕੇ ਕੱਢ ਲਏ ਨੇ। ਆਪਾਂ ਧੰਨਵਾਦ ਕਰੀਏ ਕਿ ਮਹਾਰਾਜ ਤੂੰ ਸਾਨੂੰ ਸੇਵਾ ਲਾਈ, ਸੋਹਣੀ ਸੇਵਾ ਕਰਵਾ ਰਹੇ ਹੋ। ਸੇਵਾ ਬਖਸ਼ਣ ਵਾਸਤੇ ਹੀ ਹੁੰਦੀ। ਗੁਰ ਸੇਵਾ ਤੇ ਨਾਮੇ ਲਾਗਾ, ਤਿਸ ਮਿਲਿਆ ਜਿਸ ਮਸਤਕ ਭਾਗਾ। ਇਸ ਕਰਕੇ ਸਤਿਗੁਰੂ ਦੀ ਮਿਹਰ ਹੈ ਆਪਣੇ ਤੇ। ਸ਼ੁਕਰ ਕਰੋ ਉਹਨਾਂ ਨੇ ਆਪਾਂ ਨੂੰ ਸੇਵਾ 'ਚ ਲਾ ਲਿਆ। ਪਰ ਸੇਵਾ ਵਿੱਚ ਲੱਗਣ ਦਾ ਮਤਲਬ ਹੁੰਦਾ ਕਿ ਹੁਣ ਮੈਂ ਬਖਸ਼ਿਆ ਜਾਵਾਂਗਾ। ਨਿਮਰਤਾ ਰੱਖੇ ਬੰਦਾ। ਇਹ ਨਹੀਂ ਕਿ ਜੇ ਸੇਵਾ 'ਚ ਗੁਰੂ ਸਾਹਿਬ ਨੇ ਲਾ ਲਿਆ, ਹੌਲੀ ਹੌਲੀ ਆਖੇ ਵੀ ਮੇਰੇ ਬਿਨਾਂ ਤਾਂ ਕੰਮ ਹੀ ਨਹੀਂ ਚੱਲਣਾ ਇੱਥੇ। ਇਹ ਮੈਂ ਸਮੁੱਚੇ ਸੰਸਾਰ ਦੀ ਗੱਲ ਕਰਦਾ ਹੁੰਦਾ। ਇੱਥੇ ਨਾ ਕੋਈ ਸਮਝੇ ਕਿ ਸਾਡੇ ਵਾਸਤੇ ਗੱਲ ਕਹੀ, ਕਿਉਂਕਿ ਮੈਂ ਤਾਂ ਸਾਰੀ ਦੁਨੀਆ 'ਚ ਹੀ ਵਿਚਰਦਾ। ਜਥੇ 'ਚ ਵੀ ਰਿਹਾ, ਸ਼੍ਰੋਮਣੀ ਕਮੇਟੀ ਵਿੱਚ ਵੀ ਰਿਹਾ, ਥਾਂ ਥਾਂ ਦੇ ਉੱਤੇ ਵਿਚਰਨਾ, ਬਹੁਤੇ ਸੰਤਾਂ ਮਹਾਤਮਾ ਨਾਲ ਵੀ ਰਿਹਾ। ਇਹ ਚੀਜ਼ ਹਰ ਥਾਂ ਹਰ ਮਨੁੱਖ ਵਿੱਚ ਦੇਖਣ ਨੂੰ ਆ ਜਾਂਦੀ। ਬਹੁਤੇ ਸਾਧੂ ਸੰਤਾਂ ਨਾਲ ਜਿਹੜੇ ਕਈ ਸਾਲ ਰਹਿ ਜਾਂਦੇ ਨੇ, ਉਹ ਕਹਿੰਦੇ ਮੇਰੇ ਬਿਨਾਂ ਕੰਮ ਹੀ ਨਹੀਂ ਚੱਲਣਾ। ਜਦੋਂ ਪਿਰਥੀ ਨੂੰ ਕਿਹਾ ਸੀ ਤੂੰ ਲਾਹੌਰ ਚਲਿਆ ਜਾ, ਤੇਰੇ ਤਾਇਆ ਜੀ ਦੇ ਲੜਕੇ ਦੀ ਸ਼ਾਦੀ ਹੈ, ਉਹ ਕਹਿੰਦਾ ਮਹਾਰਾਜ ਮਗਰੋਂ ਫਿਰ ਕੰਮ ਕਿਵੇਂ ਚੱਲੇਗਾ। ਮਹਾਰਾਜ ਬੜੇ ਹੈਰਾਨ ਹੋਏ, ਬੜਾ ਹੱਸੇ ਵੀ। ਕਹਿੰਦਾ ਦੱਸੋ। ਪਿਰਥੀਆ ਕਹਿੰਦਾ ਮੇਰੇ ਬਿਨਾਂ ਕਿਵੇਂ ਕੰਮ ਚੱਲੇਗਾ। ਮਨੁੱਖ ਦੀ ਸੋਚ ਹੁੰਦੀ ਮੇਰੇ ਬਿਨਾਂ ਕਿਵੇਂ ਚੱਲੇਗਾ ਕੰਮ। ਉਹ ਤੂੰ ਪਾਸੇ ਤਾਂ ਹੋ ਕੇ ਦੇਖ, ਤੇਰੇ ਨਾਲੋਂ ਤਾਂ 100 ਗੁਣਾ ਸਿਆਣਾ ਭੇਜਣਾ ਹੋਰ ਉਹਨਾਂ ਨੇ। ਤੂੰ ਤਾਂ ਸਭ ਕੰਮ ਖਰਾਬ ਕਰੀ ਜਾਂਦਾ। ਆ ਜਿਹੜੇ ਹੁਣ ਪੰਥ ਦੇ ਮੂਹਰੇ ਲੱਗੇ ਹੋਏ ਨੇ ਸਾਰੇ, ਆਪਣੇ ਆਪ ਨੂੰ ਇੰਨਾ ਸਿਆਣਾ ਸਮਝਦੇ ਆ। ਸਾਡੇ ਲਈ ਤਾਂ ਇਹ ਨਿਆਣੇ ਆ ਜਮਾਂ ਹੀ। ਇਹ ਤਾਂ ਕੁਝ ਕਰਨ ਜੋਗੇ ਹੈ ਹੀ ਨਹੀਂ ਵਿਚਾਰੇ। ਇਹਨਾਂ ਨੇ ਤਾਂ ਜਮਾਂ ਹੀ ਪੱਠਾ ਬਹਾਤਾ, ਕੱਖ ਨਹੀਂ ਕਰ ਸਕਦੇ। ਇਹ ਕਹਿਣ ਨੂੰ ਹੁੰਦੇ ਸੀ ਬੜੇ ਸਿਆਣੇ, ਸਾਨੂੰ ਬੜੀ ਸੋਝੀ ਹੈ। ਜਿਹੜੀ ਗੁਰਮਤ ਦਾ ਅਸਲੀ ਫਿਲਾਸਫੀ ਤੋਂ ਉਹ ਤਾਂ ਹਲੇ ਸਾਹਮਣੇ ਹੀ ਨਹੀਂ ਆਈ। ਜਿੱਥੇ ਸਾਰਿਆਂ ਨੇ ਜੁੜਨਾ ਸੀ ਉੱਥੇ ਸਾਰੇ ਉਲਟਾ ਟੁੱਟ ਗਏ ਨੇ। ਹਰ ਕੋਈ ਟੁੱਟ ਕੇ ਪਰੇ ਹੀ ਹੋ ਗਿਆ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਕਈ ਵਾਰੀ ਹੁੰਦਾ ਕਿ ਮੇਰੇ ਬਿਨਾਂ ਕੋਈ ਚਲਾ ਨਹੀਂ ਸਕਦਾ। ਨਹੀਂ, ਸਿਰਫ ਇੱਕ ਓੰਕਾਰ ਹੀ ਸ੍ਰਿਸ਼ਟੀ ਦਾ ਮਾਲਕ ਹੈ। ਇੱਕ ਓੰਕਾਰ ਹੀ ਸਭ ਕੁਝ ਚਲਾਉਂਦਾ। ਆਪਾਂ ਤਾਂ ਸੇਵਾਦਾਰ ਹਾਂ। ਤਬ ਇਸ ਕੋ ਸੁਖ ਨਾਹੀ ਕੋਏ। ਉਦੋਂ ਇਹ ਬੰਦੇ ਨੂੰ ਕੋਈ ਸੁਖ ਪ੍ਰਾਪਤ ਨਹੀਂ ਹੁੰਦਾ ਜਦੋਂ ਇਹ ਕਹਿੰਦਾ ਮੈਂ ਹੀ ਕਰਦਾ ਸਾਰਾ ਕੁਝ। ਜਬ ਲਗ ਮੇਰੀ ਮੇਰੀ ਕਰੈ, ਤਬ ਲਗ ਕਾਜ ਏਕ ਨਹੀਂ ਸਰੈ। ਮੇਰੀ ਮੇਰੀ ਧਾਰੀ, ओहा पैर लोहारी। सो मेरी मेरी कैरों करते दुर्योधन से भाई, 12 योजन शतर चला था देही गिरज न खाई। जब एह जाना मैं किस करता, तब लग गर्भ जोन मह फिरता। हुण जदों तक ये जानदा कि मैं करदा मैं करदा मैं करदा, उदों तक ये बार बार गर्भ विच पै के, माता दे उदर च पै के बार बार जूनियां जी घुमदा रहिंदा। सारियां जूनियां विच बार बार आई जांदा, क्योंकि इहनूं सजा ही परमात्मा ने दित्ती। जा घुमदा रहे उत्थे। मैं जो करी तैनूं समझदा है नहीं। गुरमत विच मैं नहीं ना है, मैं नहीं है। जदों महाराज ने कहा कि बाबा मोहन जी कोलों सैंचियां लियाउणीआं, सुभावक भाई गुरदास जी खड़े होके कहंदे मैं लियावां महाराज। महाराज थोड़ा जिहा हस भी पे, कहंदे चंगा ले आओ। ਉਹ ਜਦੋਂ ਗਏ ਤਾਂ ਸੈਂਚੀਆਂ ਕੀ, ਮੈਂ ਦਰਵਾਜ਼ਾ ਹੀ ਨਹੀਂ ਖੋਲ੍ਹਿਆ। ਉਹਨਾਂ ਨੇ ਮੁੜੇ ਆਏ, ਕਹਿੰਦੇ ਮਹਾਰਾਜ ਮੈਨੂੰ ਦਿੱਤੀਆਂ। ਬਾਬਾ ਬੁੱਢਾ ਜੀ ਕਹਿੰਦੇ ਮੈਂ ਜਾਣਾ। ਗੱਲ ਤੇ ਸੀ ਮੈਂ ਦੀ, ਸਮਝਾਉਣਾ ਸੀ ਆਪਾਂ ਨੂੰ।
महाराज कहते चंगा तुसी लियाओ। ਜਦੋਂ ਉਹ गए दरवाजे पट ले, अंदरों जाके बाबे मोहन ਨੂੰ ਹਿਲਾਉਣ ਲੱਗ गए। ਉਹਨਾਂ ਦੀ ਕਿੱਥੇ ਸਮਾਧੀ ਖੁੱਲਦੀ। ਦਸਮ ਦਵਾਰ 'ਚ ਬਿਰਤੀ ਚੜੀ ਹੋਈ ਹੈ। ਉਸ ਵਕਤ ਵਾਪਸ ਆ ਗਏ। ਦੇਖੋ ਧੰਨ ਗੁਰੂ ਸੱਚੇ ਪਾਤਸ਼ਾਹ ਨੰਗੇ ਚਰਨੀ ਚੱਲ ਕੇ ਗਏ, ਸਾਹਮਣੇ ਥੱਲੇ ਹੀ ਬੈਠ ਗਏ ਉਹਦੇ ਚੁਬਾਰੇ ਦੇ, ਔਰ ਪੋਥੀਆਂ ਲੈ ਕੇ ਪਾਲਕੀ ਸੁਸ਼ੋਭਿਤ ਕਰਕੇ ਆਪ ਚੌਰ ਕਰਦੇ ਨੰਗੇ ਚਰਨੀ ਚੱਲ ਕੇ ਅੰਮ੍ਰਿਤਸਰ ਸਾਹਿਬ ਆਏ। ਇਹ ਉਦੋਂ ਜਣਾਇਆ ਹੀ ਸੀ ਵੀ ਨਿਮਰਤਾ ਵਿੱਚ ਸਾਰਾ ਕੁਝ ਮਿਲ ਜਾਂਦਾ, ਮੈਂ ਕਹਿ ਕੇ ਨਹੀਂ ਮਿਲਦਾ, ਮੈਂ ਲਿਆਵਾਂ। ਆ ਕਈ ਵਾਰੀ ਕਥਾ ਵਿੱਚ ਸਾਡੇ ਕੋਲੋਂ ਇਹ ਅੱਖਰ ਨਿਕਲ ਜਾਂਦਾ ਮੈਂ। ਹੁਣ ਜਿਹੜੇ ਸਾਡੇ ਕੋਲ ਕਾਫੀ ਉੱਚੀ ਅਵਸਥਾ ਦੇ ਮਾਲਕ ਅਭਿਆਸੀ ਬੈਠੇ, ਰੱਬ ਦੇ ਪਿਆਰੇ ਸੰਤ ਮਹਾਤਮਾ ਵੀ ਬੈਠੇ ਆ, ਮਹਾਰਾਜ ਉਹਨਾਂ ਨੂੰ ਕਹਿੰਦੇ ਇਹਨੂੰ ਹਟਾਓ। ਮੈਂ ਕਹਿੰਦਾ ਕਥਾ 'ਚ, ਕਹਿੰਦੇ ਤੂੰ ਕਥਾ 'ਚ ਕਈ ਵਾਰੀ ਮੈਂ ਅੱਖਰ ਬੋਲ ਜਾਂਦਾ। ਮੈਂ ਕਿਹਾ ਜੀ ਇਹ ਉਹ ਮੈਂ ਨਹੀਂ ਹੈਗੀ, ਇਹ ਵੈਸੇ ਮੈਂ ਮੂੰਹ। ਕਹਿੰਦੇ ਬੀਜ ਰੂਪ ਤਾਂ ਇਹੀ ਆ ਨਾ, ਜਿਹੜਾ ਮੂੰਹ 'ਚੋਂ ਅੱਖਰ ਕਹਿਤਾ ਵੀ ਮੈਂ ਉੱਥੇ ਗਿਆ ਸੀ। ਕਹਿੰਦੇ ਮੈਂ ਤਾਂ ਜਨਮ ਗਈ ਨਾ, ਫਿਰ ਇਹ ਦਰਖਤ ਬਣ ਜਾਂਦਾ ਵੱਡਾ। ਇਸ ਕਰਕੇ ਮੈਂ ਅੱਖਰ ਨਾ ਕਹੋ, ਦਾਸ ਕਹੋ। ਆਪਾਂ ਗੁਰੂ ਗ੍ਰੰਥ ਸਾਹਿਬ ਦੇ ਦਾਸ ਹਾਂ, ਆਪਾਂ ਇੱਥੇ ਮੈਂ ਨਹੀਂ ਕਹਿ ਸਕਦੇ। ਮਹਾਰਾਜ ਕਹਿੰਦੇ ਜਾਂ ਤਾਂ ਫਿਰ ਮੈਂ ਜਾਂ ਤੂੰ, ਜਬ ਹਮ ਹੋਤੇ ਤਬ ਤੂੰ ਨਾ। ਠਾਕੁਰ ਸਿੰਘ ਤੂੰ ਕਿੱਥੇ ਆ ਜਦੋਂ ਅਸੀਂ ਬੈਠੇ ਹਾਂ। ਇਹ ਸੀ ਠੀਕ ਹੈ ਜੀ ਗੱਲ। ਬਾਬਾ ਟਾਲ ਰਾਏ ਨੇ ਬੱਚਾ ਜਿਉਂਦਾ ਕਰਤਾ। ਮਹਾਰਾਜ ਕਹਿੰਦੇ ਜਾਂ ਤੁਸੀਂ ਰਹੋਗੇ ਜਾਂ ਅਸੀਂ, ਫਿਰ ਸਰੀਰ ਛੱਡਣਾ ਪਿਆ। ਕਹਿਣ ਦਾ ਭਾਵ ਕਿ ਆਪਾਂ ਜਦੋਂ ਵੀ ਗੁਰਦੁਆਰੇ ਸੇਵਾ ਕਰਨੀ ਹੈ, ਕਿਸੇ ਵੀ ਪ੍ਰਬੰਧਕ ਨੇ ਸਿਰੇ ਤੋਂ ਥੱਲੇ ਤੱਕ, ਸੇਵਾਦਾਰਾਂ ਤੱਕ, ਆਪਾਂ ਨਹੀਂ ਕਹਿਣਾ ਕਿ ਮੈਂ, ਨਹੀਂ ਬਾਪੂ ਤੂੰ ਹੀ ਹੈ, ਅਸੀਂ ਤਾਂ ਤੇਰੇ ਦਾਸ ਹਾਂ। ਗਲਤੀ ਨਾਲ ਵੀ ਮੈਂ ਅੱਖਰ ਨਿਕਲ ਜੇ ਮੂੰਹ 'ਚੋਂ ਮਾਫੀ ਮੰਗ ਲੈਣੀ ਚੰਗੀ ਹੁੰਦੀ ਮਹਾਰਾਜ ਤੋਂ। ਮਹਾਰਾਜ ਅੱਜ ਮੈਂ ਅੱਖਰ ਨਿਕਲ ਗਿਆ ਮੂੰਹ 'ਚੋਂ। ਮਹਾਰਾਜ ਮੈਂ ਅੱਖਰ ਨੂੰ ਹੀ ਮਾੜਾ ਮੰਨਦੇ। ਉਹੀ ਰੇ ਮੈਂ ਉਹੀ ਰੇ, ਨਾਰਦ ਸਾਰਦ ਜਾ ਕੋ ਖੋਜੈ, ਉਹੀ ਰੇ ਮੈਂ ਉਹੀ ਰੇ। ਜਦੋਂ ਕਾਨਾ, ਛੱਜੂ, ਪੀਲੂ, ਸ਼ਾਹ ਹੁਸੈਨ ਚਾਰੇ ਭਗਤ ਚੱਲ ਕੇ ਲਾਹੌਰ ਤੋਂ ਆਏ ਸੀ, ਪੰਜਵੇਂ ਪਾਤਸ਼ਾਹ ਨੇ ਸਾਰਿਆਂ ਦੀ ਸੁਣੀ ਸੁਣਾਓ ਵੀ ਆਪਣੀ ਆਪਣੀ ਲਿਖੀ ਜਿਹੜੀ ਕਾਵ ਰਚਨਾ, ਉਹ ਸਾਰਿਆਂ ਦੇ ਵਿੱਚ ਹੀ ਮੈਂ ਸੀ। ਮਹਾਰਾਜ ਕਹਿੰਦੇ ਤੁਹਾਡੀ ਪ੍ਰਵਾਨ ਨਹੀਂ ਹੋਣੀ, ਕਿਉਂਕਿ ਮੈਂ ਕਰਦੇ ਹੋ। ਇਸ ਕਰਕੇ ਸਤਿਗੁਰੂ ਨੇ ਬਾਣੀ ਅੰਦਰ ਵੀ ਮੈਂ ਅੱਖਰ ਨਹੀਂ ਪਾਇਆ। ਤਾਂ ਸਤਿਗੁਰੂ ਆਪਾਂ ਨੂੰ ਕਹਿੰਦੇ ਨੇ ਜੇ ਸਿੱਖੀ ਕਮਾਉਣੀ ਆ, ਸਭ ਤੋਂ ਪਹਿਲਾ ਕੰਮ ਇਹ ਕਰਨਾ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੋਰੀ ਆਓ। ਇਹ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸੋ ਮਹਾਂਪੁਰਖ ਹੋਏ ਨੇ ਬਾਬਾ ਉੱਤਰਦੇਵ ਜੀ। ਕੋਈ ਬੰਦਾ ਕਸ਼ਮੀਰ ਤੋਂ ਸੇਬਾਂ ਦਾ ਟਰੱਕ ਭਰ ਕੇ ਭੇਜਿਆ ਜਿੱਥੇ ਉਹ ਲੰਗਰ ਕਰਦੇ ਸੀ। ਮਹਾਂਪੁਰਖਾਂ ਨੇ ਸੜਕ ਦੇ ਮੋੜ ਤੇ ਹੀ ਬੰਦਾ ਭੇਜਦਾ, ਕਹਿੰਦੇ ਟਰੱਕ ਭਰਿਆ ਹੋਣਾ ਸੇਬਾਂ ਦਾ। ਉਹਨੂੰ ਸੇਠ ਜਿਹੜਾ ਵਿੱਚ ਬੈਠਾ ਉਹਨੂੰ ਕਹਿ ਆਪਦਾ ਟਰੱਕ ਮੋੜ ਕੇ ਲੈ ਜਾ, ਅਸੀਂ ਜ਼ਹਿਰ ਨਹੀਂ ਖਾਣੀ। ਰਾਜ ਡਰਾਈਵਰ ਨੂੰ ਕਰਦਾ ਆਵੇ, ਖਿੱਲੀਆਂ ਜੀਆਂ ਉਡਾਉਂਦਾ ਆਵੇ, ਕਿ ਮਹਾਂਪੁਰਖ ਵੀ ਹੈਰਾਨ ਹੀ ਹੋ ਜਾਣਾ ਵੀ ਟਰੱਕ ਸੇਬਾਂ ਦਾ। ਮੈਂ ਕਹਿੰਦਾ ਉਹ ਪਿੰਡ ਵਾਲਿਆਂ ਨੇ ਕਦੇ ਸੇਬ ਨਹੀਂ ਖਾਧੇ ਹੋਣੇ ਨੇ। ਜਿਉਂ ਆਪਦੀ ਉਪਮਾ ਕਰਨ ਲੱਗਿਆ, ਉਹ ਟਰੱਕ ਉਹਨਾਂ ਨੇ ਪ੍ਰਵਾਨ ਹੀ ਨਹੀਂ ਕੀਤਾ। ਕਹਿੰਦੇ ਉਹ ਟਰੱਕ ਮੋੜ ਕੇ ਲੈ ਜਾ, ਬਸ ਇੱਥੋਂ ਅਸੀਂ ਸੰਗਤ ਨੂੰ ਮੈਂ ਵਾਲੀ ਜ਼ਹਿਰ ਨਹੀਂ ਖਵਾਉਣੀ। ਜਦੋਂ ਵੀ ਆਪਾਂ ਗੁਰੂ ਘਰ 'ਚ ਕੋਈ ਸੇਵਾ ਕਰਨੀ ਆ ਤਾਂ ਮੈਂ ਕੀਤੀ ਆ ਜਾਂ ਮੈਂ ਲਿਆਇਆ, ਇੱਥੇ ਹੀ ਕੰਮ ਖਰਾਬ ਹੁੰਦਾ ਆਪਣਾ, ਫਿਰ ਉਹ ਲੱਗਦਾ ਹੀ ਨਹੀਂ। ਮੈਂ ਨੂੰ ਛੱਡ ਕੇ ਸੇਵਾ ਕਰਨੀ ਆ। ਮਹਾਰਾਜ ਅਸੀਂ ਤਾਂ ਕੁਛ ਕਰਨ ਜੋਗੇ ਨਹੀਂ, ਸੱਚੇ ਪਾਤਸ਼ਾਹ ਤੂੰ ਤਿੰਨਾਂ ਲੋਕਾਂ ਦਾ ਮਾਲਕ, ਅਸੀਂ ਕੀ ਕਰਨ ਜੋਗੇ ਹਾਂ। ਮਹਾਰਾਜ ਕਹਿੰਦੇ ਜਦੋਂ ਤੱਕ ਇਹ ਕਹਿੰਦਾ ਮੈਂ ਕਰਦਾ, ਉਦੋਂ ਤੱਕ ਇਹ ਮਾਤਾ ਦੇ ਉਦਰ 'ਚ ਬਾਰ-ਬਾਰ ਜਨਮ ਮਰਨ ਕਰੀ ਜਾਂਦਾ ਆਪਣਾ। ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਿਹਚਲ ਨਾਹੀ ਜੀਤ। ਜਦੋਂ ਤੱਕ ਕਿਸੇ ਨੂੰ ਵੈਰੀ ਜਾਣਦਾ, ਕਿਸੇ ਨੂੰ ਮਿੱਤਰ ਸਮਝਦਾ, ਉਦੋਂ ਤੱਕ ਇਹਦਾ ਆਪਣਾ ਜਿਹੜਾ ਚਿੱਤ ਹੈ ਉਹ ਨਿਹਚਲ ਨਹੀਂ ਰਹਿੰਦਾ, ਟਿਕਾਣੇ ਨਹੀਂ ਰਹਿੰਦਾ, ਮਨ ਨਹੀਂ ਟਿਕਦਾ। ਕਿਉਂਕਿ ਫਿਰ ਤਾਂ ਇਸੇ ਗੱਲ 'ਚ ਹੀ ਪਿਆ ਰਿਹਾ ਕਿ ਉਹ ਮੇਰਾ ਬੈਰੀ ਆ, ਉਹ ਮੇਰਾ ਮਿੱਤਰ ਹੈ, ਉਹ ਮੈਨੂੰ ਐਂ ਕਹਿੰਦਾ, ਉਹਨੇ ਐਂ ਕੀਤਾ। ਭਗਤੀ ਵਾਲੇ ਪਾਸੇ ਤਾਂ ਚੱਲੇ ਹੀ ਨਹੀਂ, ਫਿਰ ਬੈਰੀ ਮਿੱਤਰਾਂ 'ਚ ਉਲਝਿਆ ਰਿਹਾ। ਇਸ ਕਰਕੇ ਮਹਾਰਾਜ ਕਹਿੰਦੇ ਇਹਨਾਂ ਚੀਜ਼ਾਂ 'ਚੋਂ ਬਾਹਰ ਆਓ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇਸ ਜਾਏ। ਜਦੋਂ ਤੱਕ ਇਹ ਮਾਇਆ ਦੇ ਮੋਹ ਨਾਲ ਮਸਤ ਹੋਇਆ ਰਹਿੰਦਾ, ਉਦੋਂ ਤੱਕ ਧਰਮ ਰਾਜਾ ਵੀ ਇਹਨੂੰ ਬਾਰ-ਬਾਰ ਦੰਡ ਦਿੰਦਾ, ਸਜ਼ਾ ਦਿੰਦਾ। ਮਾਇਆ ਦੇ ਪਿਆਰ ਵਿੱਚ ਹੀ ਫਸਿਆ ਹੋਇਆ, ਮਾਇਆ ਤੋਂ ਸਿਰਫ ਕੰਮ ਲੈਣਾ, ਮਾਇਆ ਦੇ ਮੋਹ ਵਿੱਚ ਨਹੀਂ ਜਾਣਾ। ਪਰਿਵਾਰ ਵੀ ਇੱਕ ਐਸੀ ਰਚਨਾ ਹੈ, ਇਹਦੇ ਵਿੱਚ ਖਚਤ ਨਹੀਂ ਹੋਣਾ। ਸਤਿਗੁਰੂ ਕਹਿੰਦੇ ਇੰਨਾ ਨਹੀਂ ਫਸਣ, ਤੇਰਾ ਮੂਲ ਮਕਸਦ ਹੈ
ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਜਿਹੜੇ ਤੂੰ ਇਹਨਾਂ ਵਿੱਚ ਖਚਿਤ ਹੋ ਕੇ ਟੱਬਰ ਟੀਰ ਵਿੱਚ ਹੀ ਲਿਟ ਗਿਆ, ਬਸ ਉੱਥੇ ਹੀ ਪੈ ਗਿਆ। ਸਾਡੇ ਬਾਲ ਬੱਚੇ ਸਾਡਾ ਇਹਨਾਂ ਨੂੰ ਵੀ ਨਾਲ ਗੁਰਦੁਆਰੇ ਲਿਆ। ਸਿਆਣਾ ਤਾਂ ਸੀ ਜੇ ਸਾਰਾ ਪਰਿਵਾਰ ਹੀ ਗੁਰੂ ਲੜ ਲਾ ਦਿੰਦਾ। ਉਲਟਾ ਆਪ ਟੱਬਰ ਨਾਲ ਜੁੜਿਆ ਹੈ ਜਾਂ ਟੱਬਰ ਨੇ ਤੈਨੂੰ ਵੀ ਸਿੱਟ ਲਿਆ ਉੱਥੇ ਹੀ। ਨਾ ਟੱਬਰ ਗੁਰਦੁਆਰੇ ਆਇਆ ਨਾ ਤੂੰ ਆਇਆ, ਦੋਨੋਂ ਹੀ ਮਾਰੇ ਗਏ। ਤੈਨੂੰ ਇਸ ਕਰਕੇ ਟੱਬਰ ਦਾ ਮੁਖੀ ਬਣਾਇਆ ਵੀ ਗੁਰਸਿੱਖ ਬਣ, ਬਾਣੀ ਪੜ੍ਹ, ਗੁਰਸਿੱਖੀ ਦੇ ਅਸੂਲ ਸਿੱਖ, ਬੱਚਿਆਂ ਨੂੰ ਸਿਖਾ, ਪਰਿਵਾਰ ਨੂੰ ਸਿਖਾ, ਉਹਨਾਂ ਨੂੰ ਗੁਰਦੁਆਰੇ ਲਿਆ, ਉਹਨਾਂ ਨੂੰ ਇਤਿਹਾਸ ਪੜ੍ਹਾ, ਬਾਣੀ ਪੜ੍ਹਾ। ਪਰਿਵਾਰ ਦੇ ਮੁਖੀ ਦੀ ਜ਼ਿੰਮੇਵਾਰੀ ਹੁੰਦੀ ਹੈ ਬੱਚਿਆਂ ਨੂੰ ਉਸ ਪਾਸੇ ਲਾਉਣ ਦੀ, ਕਿ ਪਰਿਵਾਰ ਦਾ ਸ਼ੌਂਕ ਹੀ ਹੁੰਦਾ। ਇੱਥੇ ਮੁਖੀ ਸਾਹਿਬ ਤਾਂ ਆਪ ਬੈਠੇ ਨੇ ਬੋਤਲ ਖੋਲ ਕੇ, ਤੇ ਪਰਿਵਾਰ ਸਾਰਾ ਫਿਰ ਉਧਰ ਨੂੰ ਤੁਰ ਪੈਂਦਾ। ਫੇਰ ਅਖੇ ਜਦੋਂ ਗੁਰਦੁਆਰੇ ਆਉਣਾ ਜੀ ਪੰਥ ਦਾ ਕੀ ਬਣੂ? ਆ ਜੀ ਬੜੇ ਨਕਲੀ ਗੁਰੂ ਖੜੇ ਹੋ ਗਏ ਨੇ। ਪਹਿਲਾਂ ਤਾਂ ਸ਼ਰਮ ਨਹੀਂ ਆਉਂਦੀ ਮੂੰਹ ਚੋਂ ਗੱਲ ਕਹਿੰਦੇ ਨੂੰ, ਬਈ ਜਿਆਦਾ ਪੀਣ ਬੈਠਾ ਹੁੰਦਾ ਘਰੇ, ਡਲੇ ਖਾਨਾ ਹੁੰਦਾ, ਪੰਥ ਦੀਆਂ ਗੱਲਾਂ ਬੜੀਆਂ ਕਰਦੇ। ਪੰਥ ਦੀ ਫਿਕਰ ਕਿਹਨੂੰ ਹੈ? ਕਿਸੇ ਨੂੰ ਨਹੀਂ ਹੈ ਪੰਥ ਦੀ ਫਿਕਰ। ਸਾਧੂ ਸੰਤ ਆਪਦੇ ਡੇਰਿਆਂ ਤੱਕ ਸੀਮਤ ਨੇ। ਕਮੇਟੀ ਵਾਲੇ ਜਿਹੜੇ ਆ ਉੱਥੇ, ਉਹ ਉਹਨਾਂ ਨੂੰ ਆਪਣੀ ਕਮੇਟੀ ਦੀ ਫਿਕਰ ਹੈ ਬਸ। ਦਲਾਂ ਨੂੰ ਆਪਣੀ ਫਿਕਰ ਹੈ ਵੀ ਸਾਡਾ ਅਕਾਲੀ ਦਲ, ਬਸ ਉਹ ਵੀ ਆਪਣੇ ਦਾਇਰੇ 'ਚ ਹੀ ਹੈ। ਪੰਥ ਤੱਕ ਕੌਣ ਸੋਚਦਾ ਅੱਜ ਤੱਕ? ਪੰਥ ਬਾਰੇ ਕਿਹਨੇ ਸੋਚਿਆ ਅੱਜ ਤੱਕ? ਹਰ ਬੱਚਾ ਸਾਡੇ ਪੰਥ ਦਾ, ਹਰ ਸਾਡਾ ਕੌਮ ਦਾ ਇੱਕ ਇੱਕ ਬੱਚਾ, ਇੱਕ ਇੱਕ ਮਾਈ ਭਾਈ, ਕਿਹਨੇ ਸੋਚਿਆ ਇਹਨਾਂ ਬਾਰੇ? ਕੋਈ ਸੋਚਦਾ? ਐਵੇਂ ਹੀ ਗੱਲਾਂ ਬਣਾਈਆਂ ਹੋਈਆਂ। ਪੰਥ ਬਾਰੇ ਜਿੱਦਣ ਕੋਈ ਇੱਕ ਇੱਕ ਜਾਣਾ ਵੀ ਸੋਚਣ ਲੱਗ ਗਿਆ, ਉਦੋਂ ਪੰਥ ਦੀ ਚੜ੍ਹਦੀ ਕਲਾ ਹੋਣੀ। ਸਿੱਖ ਆਪਦੇ ਘਰ ਬਾਰੇ ਹੀ ਸੋਚਦਾ, ਮੇਰਾ ਘਰ ਵਧੀਆ ਬਣ ਜੇ, ਬਸ ਪੰਥ ਦੀ ਕੋਈ ਗੱਲ ਨਹੀਂ। ਮੇਰਾ ਦਲ ਵਧੀਆ ਬਣ ਜੇ, ਪੰਥ ਦੀ ਕੋਈ ਗੱਲ ਨਹੀਂ। ਸਾਡੀ ਕਮੇਟੀ ਕਾਇਮ ਰਹੇ, ਪੰਥ ਦੀ ਕੋਈ ਗੱਲ ਨਹੀਂ। ਇਸ ਕਰਕੇ ਹਰੇਕ ਆਪੋ ਧਾਪੀ 'ਚ ਪੈ ਗਿਆ, ਆਪਣਾ ਆਪਣਾ ਹੀ ਸੋਚੀ ਜਾਂਦਾ। ਸਾਧੂ ਸੰਤਾਂ ਦਾ ਸਿਰਫ ਆਪਣੇ ਡੇਰੇ ਤੱਕ ਰਹਿ ਗਿਆ। ਮੇਰੀ ਸੰਗਤ, ਮੇਰਾ ਡੇਰਾ, ਇੱਥੇ ਇੰਨੇ ਸਾਡੇ ਪ੍ਰੇਮੀ ਆਉਂਦੇ ਨੇ, ਬਸ ਸਾਰੇ ਜਾਣੇ ਹਟ ਗਏ। ਸਮੁੱਚੀ ਕੌਮ ਸਾਡੀ ਆਪਣੀ ਹੈ, ਸਮੁੱਚੀ ਕੌਮ ਦਾ ਭਲਾ ਕਰਨਾ ਹੈ। ਸਮੁੱਚੀ ਕੌਮ ਨੂੰ ਕੋਈ ਪ੍ਰੋਗਰਾਮ ਦੇਣਾ ਸੀ ਵੀ ਤੁਸੀਂ ਭਾਈ ਸਿਮਰਨ ਕਰੋ, ਬੰਦਗੀ ਕਰੋ, ਗੁਰੂ ਵਾਲੇ ਬਣੋ, ਲਿਟਰੇਚਰ ਵੰਡਣਾ ਸੀ, ਉਹਨਾਂ ਨੂੰ ਸੀੜੀਆਂ ਵੰਡਣੀਆਂ ਸੀ। ਕੱਖ ਨਹੀਂ ਪਤਾ। ਕਿਸੇ ਪਿੰਡ ਦੇ ਵਿੱਚ ਚਲੇ ਜਾਓ, ਕਿਸੇ ਨੂੰ ਕੱਖ ਦਾ ਪਤਾ ਨਹੀਂ। ਸ਼ਹਿਰ ਦੀ ਸੰਗਤ ਵਿੱਚੋਂ ਵੀ ਬਹੁਤ ਘੱਟ ਲੋਕਾਂ ਨੂੰ ਮਾੜਾ ਜਿਹਾ ਗਿਆਨ ਹੁੰਦਾ। ਆਪ ਜਾਂ ਪਟਿਆਲੇ ਕਥਾ ਕੀਤੀ ਜਪਜੀ ਸਾਹਿਬ ਦੀ, ਪਹਿਲੀਆਂ ਸੀੜੀਆਂ ਵਿੱਚ ਜਿਹੜੀ ਵਿਸਥਾਰ ਵਾਲੀ ਕਥਾ ਹੈ, ਵੱਡੇ ਵੱਡੇ ਜਿਹੜੇ ਬੰਦੇ ਸੀ 70 80 80 ਸਾਲ ਦੇ ਬਜ਼ੁਰਗ, ਉਹ ਵੀ ਮੂੰਹ ਚੁੰਗਲਾਂ ਪਾਉਂਦੇ ਸੀ, ਕਹਿੰਦੇ ਇੱਕ ਓਂਕਾਰ ਦੇ ਇੰਨੇ ਅਰਥ ਨੇ, ਇੰਨਾ ਭਾਵ ਅਰਥ ਹੁੰਦਾ, ਜ਼ਿੰਦਗੀ 'ਚ ਪਹਿਲੀ ਵਾਰੀ ਸੁਣਿਆ, ਸਾਨੂੰ ਕਿਸੇ ਨੇ ਸੁਣਾਇਆ ਹੀ ਨਹੀਂ ਹੈ। ਸੋ ਕਹਿਣ ਤੋਂ ਭਾਵ ਹੈ ਕੌਮ ਤਾਂ ਸਾਰੀ ਮਾਇਆ ਮਗਰ ਲੱਗੀ ਹੋਈ ਹੈ, ਜਾਂ ਪਾਰਟੀਬਾਜ਼ੀ, ਜਾਂ ਜਿੰਦਾਬਾਦ ਮੁਰਦਾਬਾਦ ਤੇ ਖੜੀ। ਅਕਾਲ ਤਖ਼ਤ ਸਾਹਿਬ ਨੂੰ ਕਿਹਨੇ ਮੰਨਿਆ ਅੱਜ ਤੱਕ ਸਹੀ ਅਰਥਾਂ ਵਿੱਚ? ਹਰਿਮੰਦਰ ਸਾਹਿਬ ਨੂੰ ਕਿਹਨੇ ਮੰਨਿਆ? ਉਲਟਾ ਸਿਆਸਤ ਲਿਆ ਵਾੜੀ ਸਾਰਿਆਂ ਥਾਵਾਂ ਦੇ ਉੱਤੇ। ਨਿੱਕੇ ਤੋਂ ਨਿੱਕੇ ਗੁਰਦੁਆਰੇ ਦੇ ਵਿੱਚ, ਪਿੰਡਾਂ ਵਿੱਚ ਜਿਹੜਾ ਗੁਰਦੁਆਰਾ, ਉਹਦੇ ਵਿੱਚ ਵੀ ਇੰਨੀ ਸਿਆਸਤ ਚੱਲਦੀ ਹੈ ਕਿ ਉੱਥੇ ਵੀ ਨਾਮ ਨਿਸ਼ਾਨ ਨਹੀਂ, ਨਾਮ ਦਾ ਨਾਮ ਜਪਣ ਦਾ। ਤੇ ਵੱਡਿਆਂ 'ਚ ਤੇ ਫਿਰ ਹੋਣਾ ਹੀ ਕੀ ਹੈ। ਇਸ ਕਰਕੇ ਪਹਿਲਾਂ ਤਾਂ ਆਪਾਂ ਚਲੋ ਕਹਿੰਦੇ ਜੀ ਸਿੱਧਾ ਹੀ ਬੋਲਦਾ, ਹੁਣ ਸਿੱਧਾ ਹੀ ਕੰਮ ਚੱਲਣਾ। ਸਿੱਧਾ ਨਾ ਬੋਲੇ ਤਾਂ ਤੁਸੀਂ ਤਾਂ ਕੱਲ ਨੂੰ ਖਾ ਜਾਓਗੇ ਸਾਰਾ ਕੁਝ। ਬਾਜਾਂ ਵਾਲੇ ਕਹਿੰਦੇ ਨਹੀਂ ਸਿੱਧਾ ਦੱਸੋ ਇਹਨਾਂ ਨੂੰ, ਹੁਣ ਪਿਆਰ ਨਾਲ ਬਥੇਰਾ ਸਮਝਾ ਲਿਆ, ਹੁਣ ਪਿਆਰ ਨਾਲ ਸਮਝਾਉਣ ਵਾਲੀ ਲੋੜ ਨਹੀਂ ਹੈ ਇਹਨਾਂ ਨੂੰ। ਇਹ ਵਿਗੜੇ ਹੋਏ ਨੇ ਸਾਰੇ ਜਾਣੇ, ਹੰਕਾਰ ਕਰਦੇ ਨੇ ਕਿੱਦਾਂ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਸਾਨੂੰ ਬਚਾਓ, ਹੁਣ ਅਸੀਂ ਕੀ ਕਰੀਏ? ਇਹਨਾਂ ਬੰਧਨਾਂ ਤੋਂ ਮੁਕਤ ਕਰੋ। ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰ ਪ੍ਰਸਾਦ ਨਾਨਕ ਹਉ ਛੂਟੈ। ਮਹਾਰਾਜ ਫਰਮਾਉਂਦੇ ਨੇ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਬੰਧਨ ਟੁੱਟ ਜਾਂਦੇ ਨੇ, ਅਤੇ ਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਹੰਗਤਾ ਛੁੱਟ ਜਾਂਦੀ। ਗੁਰੂ ਸਾਹਿਬ ਤਾਂ ਕਹਿੰਦੇ ਵਾਹਿਗੁਰੂ ਦੀ ਕਿਰਪਾ ਨਾਲ। ਗੁਰੂ ਸੱਚੇ ਪਾਤਸ਼ਾਹ ਕਿਹੜੀ ਨਿਮਰਤਾ, ਔਰ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ, ਗੁਰੂ ਰਾਮਦਾਸ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਅਰਜਨ ਦੇਵ ਮਹਾਰਾਜ, 10ਵੇਂ ਪਾਤਸ਼ਾਹ, ਲੋਕ ਇਹਨਾਂ ਨੂੰ ਤਾਂ ਭੁੱਲ ਹੀ ਗਏ ਨੇ। ਇਹਨਾਂ ਦੇ ਨਾਂ ਭੁੱਲ ਗਏ, ਸਾਹਿਬਜ਼ਾਦਿਆਂ ਦੇ, ਲੀਡਰਾਂ ਦੇ ਨਾਂ ਨੇ 24 ਘੰਟੇ ਜਪੀ ਜਾਂਦੇ ਉਹਨਾਂ ਦੇ ਨਾਂ। ਉਹ ਫਲਾਨਾ ਸਾਹਿਬ, ਉਹ ਫਲਾਨਾ ਸਾਹਿਬ। ਫਿਰ ਉਹਨਾਂ ਦੇ ਤੁਸੀਂ ਸੇਵਕ ਹੋ ਜਾਂ ਗੁਰੂ ਗ੍ਰੰਥ ਸਾਹਿਬ ਦੇ ਸੇਵਕ ਹੋ? ਕਿਹਦੇ ਸੇਵਕ ਹੋ? ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਨਾਂ ਲੈਣਾ ਸੀ, ਆਪਾਂ ਤਾਂ ਹੋਰ ਹੀ ਕਿਸੇ ਦਾ ਨਾਂ ਲਈ ਜਾਂਦੇ। ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣਨਾ ਸੀ ਲੋਕਾਂ ਨੇ।
90% लोग लीडरां दे पैरीं हੱਥ लाउंदे, पर टीवी ते देख सकते हैं सारे थावां दे उत्ते यही हाल है, कल्ला अपनिਆਂ ਦਾ नहीं। ਜਾਂ टीवी ते देखते हैरान हो जाते, अड़े कोई भी है पैरीं हੱਥ ला, ਉਹਦੇ पैरीं जा डिग्गी जाते हैं। काहदे लई? कि मैनू कोई माड़ी मोटी काम कर दो, कोई सीट मिल जे, मैनू कोई टिकट मिल जे। वो इत्थे ही खड़ के बस गुरु ग्रंथ साहिब महाराज कोलों सब को मिलना, श्लोक धर्म अर्थ हर काम मोख मुक्त पदार्थ नाथ, सगल मनोरथ पूरिया नानक लिखिया मात। गुरु ग्रंथ साहिब तिन्ना लोकां दा मालक सानू सब कुछ दे सकदा, इहदे लड़ नहीं लगे होरी थावां ते जाके मंगी जांदे ने। कदे मैं ये इकट्ठ नहीं सुनिया भी फलाने थां इकट्ठ होया, अज लोग सारे गुरु ग्रंथ साहिब तो मंगण गए ने, कदे सुनिया? अज हरमंदर साहब संगत इकट्ठी होके अज गुरु रामदास तो मंगी, भी परिक्रमा भरी पई सी, भी अज श्री अकाल तख्त साहब दे अगे पंथ इकट्ठा होके 6वें पातशाह तो मंगण गया। कदे सुनिया भी गुरु ग्रंथ साहिब मूहरे कदे इकट्ठ होया? वो जी फलाने थां इकट्ठे होके सारे गए ने। ये की होया कि गुरु ग्रंथ साहिब नूं मनदे कि उन्हां नूं मनदे? महाराज सच्चे पातशाह देख लै, मैं इत्थे अमृतसर बैठा, ये चंडीगढ़ तुरे जांदे, मैं हरमंदर साहब बैठा, दिल्ली तुरे जांदे ने, ते सिख कित्थे मंगण जांदा? भलिया लोका जे पिया हरमंदर साहब अकाल तख्त साहब ते सारा कुछ, जद गुरु ग्रंथ साहिब तिन्ना लोकां दा मालक है, जद खिन मैं नीच कीट को राज इन्हां ने करना, ते तूं होर ही पासे मंगण तुरिया जांदा। नाले जुत्तियां पैंदियां मूहरों, फिर दिंदा कोई भी नहीं। जिदण सारी कौम घुम के, जिदण दीवान हाल मंजी साहब दे विच गुरु ग्रंथ साहिब दा पाठ अखंड पाठ हो के सारी कौम नूं एक सद्दा मिलूगा भी सारे आ जाओ आपां गुरु ग्रंथ साहिब तो मंगना अज, तो उदण ही सारा कुछ मिल जाना। जदों असीं गुरु ग्रंथ साहिब वल पिठ करके होरनां थावां ते मंगदे फिरदे हैं, सतगुरु कहंदे उदों तक इन्हां नूं कुछ नहीं मिलना, उही धक्के धोड़े खा के मुड़ आया करनगे। नवीं गल नहीं भी असीं फतेहगढ़ साहब तो चंडीगढ़ नूं जाना, जिहड़ी फतेहगढ़ चंडीगढ़ वाले तो फतेहगढ़ साहब आउंदे ने मंगण वास्ते, तूं उत्थे जाना, उन्हां कोल की है? फतेहगढ़ साहब तो ही मंगना सी, जिथे दे दा नौ ही फतेहगढ़ है, फतेह वो मंगना साहिबजादियां तो सी। इन्हां नालों वड्डा कौन है? बंदे तो क्यों मंगदे हो? सतगुरु कहते ने बंदे तो ना मंगो, मंगना जिस नूं मंनदे उहदे कोल ही मंगो। वाहिगुरू मेहर करे, बड़े बड़े नगर कीर्तन जाण, श्री आनंदपुर साहब जावे, उत्थों मंगण चले 10वें पातशाह कोल। पंडित नहीं मंगण आए, पंडित किरपा राम हुणी मंगण 9वें पातशाह तो आए सी, फेर ही उन्हां दा धर्म बचिया सी। इकट्ठे होके अकाल तख्त साहब ते सारे जाने सारा पंथ जावे, बापू तेरे तो मंगना। दमदमा साहब संगत जावे, हजूर साहब जावे, पटना साहब, महाराज तेरे दर तो मंगना है, तू दे, तू तिन्ना लोकां दा मालक। जदों तक मनुख तो मंगना उदों तक कुछ नहीं मिलना। जिदन गुरु ग्रंथ साहिब के चरणों च पै जाएंगे उदन सब को दे देना पातशाह ने। इस करके सतगुरु कहने मनुखों का खैड़ा छड्डो, जो मंगना सो गुरु तो मंगना। जो मांगे ठाकुर अपने ते सोई सोई देवा। ठाकुर गुरु ग्रंथ साहिब है कि जां लोक ने, या जिन्हां कोलों मंगदे ओह ने साडे ठाकुर, उन्हां दी पूजा करनी है। गुरु ग्रंथ साहिब तो मंगना। प्रभ किरपा ते बंधन टूटै, गुर प्रसाद नानक हों छूटै। गुरु की किरपा नाल माया की बंधन टुट जाते, गुरु की किरपा नाल हंगता छुट जाती है। असीं तां गुरु ग्रंथ साहिब महाराज तेरे तो मंगांगे, तू ही दे सानू। जदों भाई मती दास दे सिर ते आरा रखिया, अखीरली इच्छा की है, कहते मेरा मुख गुर पिंजरे वल कर दिओ, मेरी निभ जाए प्रीत पुराणी। कहा मती दास बलबीर ने। भाई मनी सिंह ने किहदा नाम लिया? सुखमनी साहब पढ़िया। बाबा दीप सिंह किधर नूं चले ने? तख्त तो चले तख्त वाल नूं, तख्त श्री दमदमा साहब तो श्री हरमंदर साहब वाल चले ने, वो नहीं किसी पासे नूं गए। तो इस करके महाराज कहने जदों मंगना तो गुरु तो मंगना, इन्हें बंधन तोड़ने, इन्हें कृपा करनी है। नजरिया बदल दो अपना भी असीं अज तो किसी बंदे तो नहीं मंगना, सानू लोड़ नहीं किसी तो मंगण दी, असीं सिर्फ अपने गुरु तो मंगना। जिदन गुरु ते टेक आ गई उदन ही कृपा होनी है। सहस खटे लख का उठ धावै, तृप्त न आवै माया पाछै पावै।
ਜਿਹੜੇ ਤ੍ਰਿਸ਼ਨਾਲੂ ਬੰਦੇ ਨੇ ਉਹ सहज ਹੁੰਦਾ ਹਜ਼ਾਰਾਂ ਰੁਪਏ ਖੱਟ ਕੇ ਫਿਰ ਲੱਖਾਂ ਦੇ ਮਗਰ ਦੌੜਦੇ ਨੇ, ਪਰ ਉਹਨੂੰ ਤ੍ਰਿਪਤੀ ਨਹੀਂ ਆਉਂਦੀ, ਰੱਜ ਨਹੀਂ ਆਉਂਦਾ। ਹਰ ਵੇਲੇ ਆਪਣੇ ਆਪ ਨੂੰ ਪੈਸੇ ਦੇ ਮਗਰੀ ਪਾਈ ਰੱਖਦੇ, ਹਾਏ ਪੈਸਾ ਹਾਏ ਪੈਸਾ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰਾ ਪਰਾ ਹੀ ਕੋ ਲੁੱਝੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿੰਨਾ ਮਰਜ਼ੀ ਪੈਸਾ ਇਕੱਠਾ ਕਰ ਲਓ, ਕੁਛ ਕੰਮ ਨਹੀਂ ਆਉਣਾ। ਨਾਮ ਧਨ ਇਕੱਠਾ ਕਰੋ ਜੇ ਕੰਮ ਲੈਣਾ। ਸਾਰੀ ਸੰਗਤ ਨਾਮ ਜਪੇ। ਸਾਰੇ ਪੰਥ ਵਿੱਚ ਕਰੈਤਾਂ ਹਟਣ। ਪਹਿਲਾਂ 5 ਕਕਾਰਾਂ ਦੀ ਰਹਿਤ ਵੀ ਨਕਲੀ ਹੈ ਬਹੁਤਿਆਂ ਦੀ। ਕਕਾਰ ਰਾਤ ਨੂੰ ਤੱਕ ਤੇ ਹੋਰ ਹੀ ਹੁੰਦੇ ਨੇ, ਇਹ 5 ਕਕਾਰੀ ਦਿਖਾਵੇ ਮਾਤਰੀ ਸਿੱਖ। 5 ਬਾਣੀਆਂ ਕਿਸੇ ਨੂੰ ਕੰਠ ਨਹੀਂ ਹੈ ਉਹਨਾਂ ਵਿੱਚੋਂ ਜਿਨ੍ਹਾਂ ਨੂੰ ਕਹਿੰਦੇ ਜਿਨ੍ਹਾਂ ਤੋਂ ਅਸੀਂ ਮੰਗਣ ਚੱਲੇ ਹਾਂ। 4 ਕਰੈਤਾਂ ਚਾਰੇ ਹੀ ਕਰੀ ਜਾਂਦੇ ਨੇ, ਉਹ ਕੋਈ ਛੱਡਦੇ ਹੀ ਨਹੀਂ। ਉਹ ਸਿੱਖ, ਉਹਨਾਂ ਨੂੰ ਕਾਹਦੇ ਸਿੱਖ ਮੰਨਣਾ ਆਪਾਂ ਨੇ। ਪੈਸਾ ਹੀ ਇਕੱਠਾ ਕਰੀ ਜਾਂਦੇ ਨੇ, ਬੈਂਕ ਭਰ ਭਰ ਕੇ ਮਰ ਗਏ ਨੇ। ਬੈਂਕਾਂ ਵਾਲੇ ਪੁੱਛਦੇ ਪੈਸਾ ਕਿਹਦਾ, ਉੱਥੇ ਕੋਈ ਮੰਗਣ ਨਹੀਂ ਜਾਂਦਾ, ਕਿਉਂਕਿ ਰਹੀ ਸਾਰਾ ਜਿਹੜਾ ਤੋਸ਼ਾਖਾਨਾ ਹੈ ਸਰਕਾਰੀ ਅੰਮ੍ਰਿਤਸਰ ਸਾਹਿਬ, ਉੱਥੇ ਇੰਨੇ ਵੱਡੇ ਬਕਸੇ ਪਏ ਨੇ। ਅਖਬਾਰ 'ਚ ਵੀ ਕਈ ਵਾਰ ਦਿੱਤਾ ਉਹਨਾਂ ਨੇ ਵੀ ਭਾਈ ਜਿਹਦੇ ਬਕਸੇ ਹੈ ਲੈ ਜਾਓ, ਇਹ ਪਤਾ ਹੀ ਨਹੀਂ ਲੱਗ ਰਿਹਾ ਹੈ ਕਿਹਦੇ, ਕਿਉਂਕਿ ਜਿਹਨੇ ਇਕੱਠਾ ਕੀਤਾ ਇਹ ਸਮਾਨ ਉੱਥੇ ਸੋਨਾ ਹੀਰੇ ਮੋਤੀ ਉਹ ਭਰੇ ਪਏ ਨੇ ਉਹਨਾਂ 'ਚ, ਉਹ ਖਾਨੀ ਕਿਹਦੇ ਨੇ, ਲੈ ਜਾਓ। ਕਹਿੰਦੇ ਕੋਈ ਲਿਜਾਣ ਹੀ ਨਹੀਂ, ਕੋਈ ਮਾਲਕ ਹੀ ਨਹੀਂ ਹੈ ਉਹਨਾਂ ਦਾ। ਜ਼ਿੰਦਗੀ 'ਚ ਮਾਇਆ ਜੋੜੀ, ਪਾਪ ਕਰ ਕਰਕੇ ਜਮ੍ਹਾਂ ਕੀਤੀ, ਸਰੀਰ ਛੱਡ ਗਿਆ, ਮਾਇਆ ਹੀ ਫੇਰੇਗੀ। ਮਾਟੀ ਕੋ ਪੁੱਤਰਾ ਕੈਸੇ ਨਚ ਹੈ, ਦੇਖਾ ਦੇਖਾ ਸੁਣਾ ਬੋਲੇ ਦੌੜਿਓ ਫਿਰ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਨਕ ਭੋਗ ਵਿਖਿਆ ਕੇ ਕਰੈ, ਨਹਿ ਤਰਪਤਾਵੈ ਖਾਪੇ ਖਾਪੇ ਮਰੈ। ਉਸ ਮਾਇਆ ਨੂੰ ਪਾ ਕੇ ਫਿਰ ਵਿਸ਼ਿਆਂ ਦੇ ਅਨੇਕ ਭੋਗਾਂ ਨੂੰ ਭੋਗਦਾ। ਇੱਥੇ ਕੋਈ ਹਜੂਰ ਸਾਹਿਬ ਦੀ ਯਾਤਰਾ ਨਹੀਂ ਕਰਨ ਆਇਆ ਹੋਇਆ। ਅਮਰੀਕਾ ਕੈਨੇਡਾ ਇੰਗਲੈਂਡ ਸਾਰੇ ਥਾਵਾਂ ਜਿਹੜੇ ਵੀ ਆਏ ਨੇ, ਇਹਦੇ ਕੰਮਾਂ ਨੂੰ ਬਹੁਤੇ ਲੋਕਾਂ ਦੀ ਤਾਂ ਤਮੰਨਾ ਹੀ ਇਹ ਹੁੰਦੀ ਕਿ ਉੱਥੇ ਜਾ ਕੇ ਮੌਜਾਂ ਕਰਾਂਗੇ, ਬਸ ਖਾਵਾਂ ਪੀਵਾਂਗੇ, ਐਸ਼ ਕਰਾਂਗੇ, ਨੱਚਾਂ ਟੱਪਾਂਗੇ। ਉਹ ਇਹ ਧਾਰਮਿਕ ਕੰਮ ਥੋੜ੍ਹੀ ਹੈ ਵੀ ਜੰਗਲਾਂ 'ਚ ਭਗਤੀ ਕਰਨ ਆਇਆ ਕੋਈ। ਸਤਿਗੁਰੂ ਕਹਿੰਦੇ ਉਹ ਮਾਇਆ ਨੂੰ ਪਾ ਕੇ ਫਿਰ ਵਿਸ਼ਿਆਂ ਦੇ ਅਨੇਕ ਭੋਗਾਂ ਨੂੰ ਭੋਗਦੇ ਨੇ। ਬਸ ਭੋਗਾਂ ਨਾਲ ਵੀ ਰੱਜਦਾ ਨਹੀਂ, ਸਗੋਂ ਭੋਗਾਂ ਵਿੱਚ ਖੱਪ ਖੱਪ ਕੇ ਮਰ ਜਾਂਦਾ। ਅਖੀਰ ਨੂੰ 10-20 ਬਿਮਾਰੀਆਂ ਤਾਂ ਹਰੇਕ ਨੂੰ ਲੱਗੀਆਂ ਹੀ ਹੁੰਦੀਆਂ ਨੇ। ਫਿਰ ਕਹਿਣਗੇ ਅਸੀਂ ਜ਼ਿੰਦਗੀ 'ਚ ਕੋਈ ਮਾੜਾ ਕੰਮ ਨਹੀਂ ਕੀਤਾ। ਮਾੜੇ ਤਾਂ ਸਾਰੇ ਹੀ ਕਰ ਲਏ, ਛੱਡਿਆ ਕਿਹੜਾ ਮਾੜੇ 'ਚੋਂ। ਸਤਿਗੁਰੂ ਕਹਿੰਦੇ ਸੰਤੋਖ ਨਹੀਂ ਆਉਂਦਾ ਮਨ ਨੂੰ ਕਿਸੇ ਦੇ ਵੀ। ਬਿਨਾ ਸੰਤੋਖ ਨਹੀਂ ਕਉ ਰਾਜੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ। ਸੰਤੋਖ ਧਾਰੇ ਤੋਂ ਬਿਨਾਂ ਕੋਈ ਰੱਜਦਾ ਹੀ ਨਹੀਂ। ਜਿਵੇਂ ਸੁਪਨੇ ਦੇ ਮਨੋਰਥ ਐਵੇਂ ਹੁੰਦੇ ਨੇ, ਜਿਵੇਂ ਸੁਪਨਾ ਆ ਗਿਆ ਫਿਰ ਅੱਖਾਂ ਖੁੱਲ ਗਈਆਂ, ਸੁਪਨਾ ਖਤਮ ਹੋ ਗਿਆ, ਉਵੇਂ ਇਸ ਮਨੁੱਖ ਦੇ ਸਾਰੇ ਕੰਮ ਨਾਮ ਤੋਂ ਬਿਨਾਂ ਬੇਅਰਥ ਹੀ ਹੈ। ਆਪਣੇ ਕਾਰਜਾਂ ਲਈ ਜਿੰਨੇ ਕੁ ਮਨੋਰਥ ਸੰਕਲਪ ਕਰਦਾ ਉਹ ਸਾਰੇ ਸੁਪਨੇ ਵਾਂਗ ਹੀ ਨਿਸ਼ਫਲ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਤੁਸੀਂ ਇਸ ਵਿੱਚੋਂ ਬਾਹਰ ਨੂੰ ਆਓ, ਵਿਕਾਰਾਂ ਵੱਲੋਂ ਸੰਤੋਖ ਨੂੰ ਗ੍ਰਹਿਣ ਕਰੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਲੋਭ ਆ ਜਾਂਦਾ ਮਨ ਦੇ ਅੰਦਰ, ਫਿਰ ਲੋਭੀ ਬੰਦਾ ਕੁਝ ਵੀ ਕਰ ਸਕਦਾ। ਲੋਭੀ ਕਾ ਵੇਸਾਹੁ ਨਾ ਕੀਚਾ, ਜੇ ਕਾ ਪਾਰ ਵਸਾਏ। ਅੰਤ ਕਾਲ ਤਿੱਥੈ ਤੁਹੈ ਜਿੱਥੇ ਹੱਥ ਨਾ ਪਾਏ। ਨਾਮ ਰੰਗ ਸਰਬ ਸੁਖ ਹੋਏ, ਬੜ ਭਾਗੀ ਕਿਸੈ ਪ੍ਰਾਪਤ ਹੋਏ। ਨਾਮ ਦੇ ਪ੍ਰੇਮ ਵਿੱਚ ਸਾਰੇ ਸੁਖ ਪ੍ਰਾਪਤ ਹੁੰਦੇ ਨੇ। ਉਹ ਨਾਮ ਜਪੋ, ਸ਼ਾਂਤੀ ਨਹੀਂ ਮਿਲਣੀ। ਜਿੰਨਾ ਮਰਜ਼ੀ ਇੱਥੇ ਜ਼ੋਰ ਲਾ ਲਓ, ਪੈਸਾ, ਸ਼ਰਾਬ, ਕਬਾਬ ਜਾਂ ਕੋਈ ਹੋਰ ਚੀਜ਼ਾਂ, ਇਹ ਕੋਈ ਸ਼ਾਂਤੀ ਨਹੀਂ ਦਿੰਦੀਆਂ ਚੀਜ਼ਾਂ। ਨੱਚਣਾ ਟੱਪਣਾ, ਨੱਚਿਆ ਟੱਪਿਆ ਭਗਤ ਨਾ ਹੋਏ। ਜਿੰਨਾ ਕੁਝ ਹੈ ਸਾਰਾ ਕੁਝ ਤਾਂ ਨਾਮ ਦੇ ਵਿੱਚ ਦੱਸਿਆ ਗੁਰਾਂ ਨੇ। ਸ਼ਾਂਤੀ ਤਾਂ ਨਾਮ ਵਿੱਚ ਹੈ, ਟਿਕਾਓ ਤਾਂ ਨਾਮ ਦੇ ਵਿੱਚ। ਬਾਕੀ ਤਾਂ ਸਭ ਮਨ ਦੀਆਂ ਭਟਕਣਾ ਹੀ ਨੇ। ਪਰ ਨਾਮ ਦਾ ਪ੍ਰੇਮ ਵੱਡਿਆਂ ਭਾਗਾਂ ਨਾਲ ਕਿਸੇ ਵਿਰਲੇ ਬੰਦੇ ਨੂੰ ਪ੍ਰਾਪਤ ਹੁੰਦਾ। ਨਾਮ ਦਾ ਪ੍ਰੇਮ ਲੱਗਦਾ ਨਹੀਂ ਨਾ ਕਿਸੇ ਨੂੰ, ਕਿਉਂਕਿ ਮਾੜੇ ਕੰਮ ਕਰਦਾ, ਹੰਕਾਰ ਕਰਦਾ। ਜਾਂ ਤਾਂ ਬੇਨਤੀ ਕਰੇ ਸੱਚੇ ਪਾਤਸ਼ਾਹ ਮੈਨੂੰ ਵੀ ਨਾਮ ਦੀ ਦਾਤ ਦਿਓ, ਮੈਨੂੰ ਵੀ ਨਾਮ ਦਾ ਪ੍ਰੇਮ ਲਾਓ, ਫਿਰ ਮਹਾਰਾਜ ਕਿਰਪਾ ਕਰ ਦਿੰਦੇ। ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਹਰਿ ਜਾਪ। ਮਹਾਰਾਜ ਫਰਮਾਉਂਦੇ ਹਰੀ ਵਾਹਿਗੁਰੂ ਆਪੇ ਆਪ ਹੀ ਸਭ ਕੁਝ ਕਰਨ ਕਰਾਉਣ ਵਾਲਾ। ਇਸ ਲਈ ਸਦਾ ਸਦਾ ਉਹ ਹਰੀ ਨੂੰ ਜਪਣਾ ਕਰ। ਕਰਨ ਕਰਾਵਨ ਕਰਨੈ ਹਾਰ, ਇਸ ਕੈ ਹਾਥ ਕਹਾਂ ਵਿਚਾਰ।
वो करना है, और परमात्मा आप ही सारा कुछ करन कराउण वाला है। पिछे करन वाला सी, हुण भी करन वाला, अगे भी उही करेगा। कहने विचार लो भी इस विचारे जीव के हथ विच वैसे है कि किसी बंदे के हथ विच है कि, ये विचार लो। जे किसी बंदे के हथ विच कुछ है वर्ल्ड दे विच, वो खड़ा होके कहे कि मेरे हथ विच आ है, कुछ भी नहीं है। हथ विच किसी दे कुछ नहीं, सिर्फ मूँह दे रौले ने, मैं कर सकदा, मैं ऐ कर दियांगा। जिवें वीरबल आया सी तीजे पातशाह नूं, कहंदा इत्थे इन्ना लो लंगर तपदा, टैक्स दिओ। महाराज कहने देख सारी फौज नूं रोटी खवा ला, ये गुरु घर है, इत्थे कोई टैक्स नहीं। कहंदा मैं तो लैके जाना। रात नूं 12 वजे चिट्ठी आ गई अकबर दी भी हुणे ही चिट्ठी पढ़दी फौज कश्मीर लै जाओ, उत्थे लोड़ है, लड़ाई चल रही। चिट्ठी पढ़द्या सारी तुरना पै गया। पिंड दे 5 सरपंच सद्दे, कहंदा मैं फिर आऊँगा, फिर गुरु अमरदास तो आके टैक्स लाऊंगा। संगत ने भी दस दिता, महाराज वीरबल कहंदा मैं आके टैक्स लाऊंगा भी इत्थे इन्ना लंगर चलदा, इन्नी है हुंदी आमदन हुंदी है। सुभावक पातशाह हस के कहंदे जे मुड़ेगा तो लएगा, मुड़ेगा ही नहीं। वो उत्थे बर्फ दे विच गल के मर गया। बंदे दे हथ च की है, बंदा बोले तो सही माड़ा जिहा मैं कर सकदा, ते फिर वो करके दिखावे तो सही। कहने उही रौला पाउंदा है, जैसी दृष्ट करे तैसा होए, आपे आपे आप प्रभ सोए। जिहो जी दृष्टि वाहिगुरू जीव उत्ते करदा, उहो जिहा जीव बन जांदा, उहो जिहा फल प्राप्त हुंदा। वो वाहिगुरू पिछे भी आप सी, हुण भी ते अगे नूं भी है, तो वाहिगुरू आप ही है। जही जी दृष्टि कर जांदा, उहो जिहा अग्गों बंदा हो जांदा। जो किछ कीनो सो अपने रंग, सब ते दूर सब हू कै संग। वाहिगुरू ने जो कुछ कीता अपने आनंद विच ही कीता। आनंदी परमात्मा है साडा, रंगीला परमात्मा। सो इस करके ऐसा आनंदी है, आनंद विच बैठा, अपनी मौज विच करी जांदा सारा कुछ। भाव कहण तो कि अपनी मौज दे विच हरेक काम करदा वाहिगुरू। सारियां मनमुखां तो दूर है, ते सारियां गुरमुखां दे अंग संग है। मनमुखां दे कोल हुंदा होया भी उन्हां नूं दिखाउंदा नहीं। मनमुख कही जांदे दूर है, दूर है। गुरमुखां नूं कोल हो के दिखा भी दिंदा, मैं तो कोल ही खड़ा तेरे, तेरे नाल, तेरे अंग संग, तेरे हिरदे च मैं बैठा, बाहर भी मैं हूं। मनमुख कहंदा रब है ही नहीं। ओनू ਉਹਨੇ ਸੋਝੀ ਉਹੀ जी पा दी कि पुट्ठा ही चल पिया। बूझै देखै करै विवेक, आप है एक आप है अनेक। ਉਹ परमेश्वर आप ही जीवां दे कर्म नूं वेख के समझदा, फिर आप ही फल देण दा विचार करदा है। निर्गुण रूप होण करके आप एक रूप है, सरगुण रूप होण करके वो आप अनेका रूप है। जिवें महाराज ने कहा सहस तब नैन नन नैन है तुहे को, सहस मूर्त नना एक दोही। सहस पद विमल नन एक पद गंध बिन, सहस तब गंध एव चलत मोही। सब में जोत जोत है सोए, तिसका चानन सब में चानन होए। गुर साखी जोत प्रगट होए, जोत इस भाव है सो आरती होए। तो इस करके महाराज कहते ने सारियां थावां ते आप ही है। निर्गुण रूप होण करके एक है, सरगुण रूप होण करके बहुता ज्यादा है, तो आप ही है। मरै न बिनसै आवे न जाए, नानक सद ही रहया समाए। वो मर के नाश नहीं हुंदा, ना आउंदा ना जांदा। महाराज फरमाउंदे सदा ही सारियां थावां ते ही समा रहा। तुसीं अनुभव करना, सारियां थावां ते अनुभव तुसीं करना। तुसीं अनुभव करी जाओ बैठ के 1 घंटा, वाहिगुरू मेरे पास, वाहिगुरू मेरे कोल, वाहिगुरू मेरे अंग संग, अनुभव करी जाओ। एक दिन आउंदा जदों अंग संग दिखण लग जांदा, हाँ मैं कोल ही हां। मेहनत करनी पैंदी 6 महीने साल। आप उपदेसै समझै आप, आपे रचिया सब कै साथ। वो आप गुरु रूप हो के उपदेश दिंदा। आपां समझदे बंदा, बंदा तां मिट्टी, मिट्टी विच जोत किहदी काम करदी। वो आप ही जोत रूप हो के ही उपदेश करदा है सारियां नूं। समझण विच ही फर्क आ अपने बस। आप ही जिज्ञासु रूप हो के समझदा सामने बैठ के बंदियां विच। जिज्ञासु विच भी वही जोत है, वही जोत बोलण वाले विच है। जोत रूप हर आप, गुरु नानक कहायो गुरु ग्रंथ साहिब महाराज है।
ਅਤੇ ਆਪ ਹੀ ਸਾਰਿਆਂ ਦੇ ਨਾਲ ਰਚਿਆ ਮਿਚਿਆ ਮਿਲਿਆ ਹੋਇਆ ਹੈ। ਆਪਣੇ ਨਾਲ ਹੀ ਆਪਣੀ ਬਿਰਤੀ ਨੂੰ ਹੀ ਸਿਰਫ ਬਦਲਣਾ, ਬਸ ਬਦਲਦਿਆਂ ਸਾਰ ਹੀ। ਟੀਵੀ ਦੇ ਉੱਤੇ ਕਿੰਨੇ ਚੈਨਲ ਨੇ, ਬਟ ਚੈਨਲ ਮਾੜਾ ਜੀ ਬਦਲਣਾ ਪੈਂਦਾ, ਹੋਰ ਹੀ ਕੁਛ ਆ ਜਾਂਦਾ। ਕਿਤੇ ਮਰਜੀ ਫਿਰਦਾ ਹਰਿਮੰਦਰ ਸਾਹਿਬ ਦਾ ਕੀਰਤਨ ਲਾ ਦਿਓ ਤਾਂ ਉਹ ਕੀਰਤਨ ਆਉਣ ਲੱਗ ਪਿਆ, ਚੈਨਲ ਹੀ ਮਾੜਾ ਜਿਹਾ ਬਦਲਿਆ। ਕੀ ਬਦਲਿਆ ਉੱਥੇ? ਇਸੇ ਤਰ੍ਹਾਂ ਆਪਣੇ ਮਨ ਦਾ ਚੈਨਲ ਹੀ ਮਾੜਾ ਜਿਹਾ ਬਦਲਣਾ, ਬਸ ਆਪਣਾ ਚੈਨਲ ਹੀ ਗਲਤ ਲੱਗਿਆ ਹੋਇਆ। ਜਦੋਂ ਮਨ ਦਾ ਚੈਨਲ ਬਦਲ ਦਿੱਤਾ, ਗੁਰੂ ਵੱਲ ਘੁੰਮ ਗਏ, ਇੰਨਾ ਕਿ ਚੈਨਲ ਬਦਲਣਾ ਕਿ ਮੇਰੇ ਅੰਗ ਸੰਗ ਹੈ, ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ, ਬਸ ਇੰਨਾ ਹੀ ਬਦਲਣਾ ਬਈ ਨਾਲ ਹੀ ਗੁਰ ਮੇਰਾ ਸੰਗ ਸਦਾ ਹੈ ਨਾਲੇ। ਭਾਈ ਬਿਧੀ ਚੰਦ ਨੇ ਮੱਚਦੇ ਭੱਠ ਵਿੱਚ ਵੜਦਿਆਂ ਕਿਹਾ ਸੀ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਫਿਰ ਅੱਗ ਲੱਗੀ, ਉੱਥੇ ਬਚਾਓ ਹੋਇਆ। ਜਦੋਂ ਅੰਗ ਸੰਗ ਹੋਣ ਦਾ ਚੈਨਲ ਬਦਲਣਾ, ਬਚਾਈ ਵਾਹਿਗੁਰੂ ਤੂੰ ਹੀ ਆ। ਗੱਲ ਯਾਦ ਆ ਗਈ, ਸਾਡੇ ਮਿੱਤਰ ਨੇ ਪਟਿਆਲੇ, ਸੋ ਉਹਨਾਂ ਨੇ ਟ੍ਰੇਨਿੰਗ ਕੀਤੀ ਉੱਥੇ ਜਹਾਜ਼ ਦੀ, ਛੋਟਿਆਂ ਦੀ ਕਲੱਬ ਦੇ ਵਿੱਚ। ਹੌਲੀ ਹੌਲੀ ਪਾਇਲਟ ਬਣ ਗਏ, ਹੌਲੀ ਹੌਲੀ ਆ ਵੱਡੇ ਜਹਾਜ਼ ਚਲਾਉਂਦੇ ਨੇ, ਬੋਇੰਗ। ਪਹਿਲਾਂ ਕਹਿੰਦੇ ਭਾਰ ਢੋਣ ਵਾਲਾ ਜਹਾਜ਼ ਚਲਵਾਇਆ ਜਾਂਦਾ ਪਾਇਲਟ ਤੋਂ। ਕਹਿੰਦੇ ਅਸੀਂ ਉੱਡੇ ਮੱਧ ਪ੍ਰਦੇਸ਼ 'ਚ ਕਿਸੇ ਥਾਂ ਤੇ ਸਮਾਨ ਲੈ ਕੇ, ਜੋ ਸਮਾਨ ਵਾਲਾ ਜਹਾਜ਼, ਕਹਿੰਦੇ ਮੈਂ ਲੋਡ ਵੱਲ ਧਿਆਨ ਹੀ ਨਾ ਕੀਤਾ, ਲੋਡ ਕਾਫੀ ਜ਼ਿਆਦਾ ਹੋ ਗਿਆ ਜਹਾਜ਼ 'ਚ। ਸਾਹਮਣੇ ਪਹਾੜੀਆਂ ਨੇ ਉੱਥੇ ਏਅਰਪੋਰਟ ਤੇ। ਕਹਿੰਦੇ ਜਦੋਂ ਮੈਂ ਜਹਾਜ਼ ਉਡਾਇਆ ਤੇ ਭਾਰ ਜਦੋਂ ਦੇਖਿਆ ਤਾਂ ਭਾਰ ਡਿਉਢਾ ਹੋਇਆ, ਤੇ ਮੈਂ ਤਾਂ ਗਲਤੀ ਨਾਲ ਭਾਰ ਜ਼ਿਆਦਾ ਲਦਵਾ ਲਿਆ। ਕਹਿੰਦੇ ਜਹਾਜ਼ ਉੱਡਣ ਵਿੱਚ ਜ਼ੋਰ ਬਹੁਤ ਲੱਗਿਆ, ਪੂਰਾ ਹੀ ਸਟੀਅਰਿੰਗ ਤਾਂ ਨੂੰ ਖਿੱਚ ਦਿੱਤਾ ਮੈਂ। ਕਹਿੰਦੇ ਮੈਂ ਦੇਖਿਆ ਵੀ ਹੁਣ ਸਿੱਧਾ ਪਹਾੜੀ 'ਚ ਟਕਰਾਉਣਾ ਜਾ ਕੇ, ਬਸ ਮੁੜਕਾ ਆ ਗਿਆ ਕਹਿੰਦੇ ਮੈਨੂੰ। ਮੈਂ ਫਿਰ ਇੱਕੋ ਦਮ ਕਹਿੰਦੇ ਪਟਿਆਲੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਦਾ ਧਿਆਨ ਕਰਕੇ ਕਿਹਾ, ਹੇ ਗੁਰੂ ਤੇਗ ਬਹਾਦਰ ਸਾਹਿਬ ਬਚਾਈ ਸੱਚੇ ਪਾਤਸ਼ਾਹ, ਮਰ ਚੱਲਿਆ ਮੈਂ। ਬਸ ਕਹਿੰਦਾ ਮੈਂ ਦੇਖਿਆ ਕੁਛ ਵੀ ਨਹੀਂ ਹੋਇਆ, ਮੈਂ ਅੱਖਾਂ ਬੰਦ ਕਰ ਲਈ, ਹੁਣ ਮਰ ਤਾਂ ਜਾਣਾ ਹੀ ਹੈ। ਕਹਿੰਦਾ ਮੈਨੂੰ ਟਾਵਰ ਵਾਲਾ ਨੇ ਕਿਹਾ ਸਿਰਫ 1 ਫੁੱਟ ਦਾ ਫਰਕ ਰਿਹਾ ਪਹਾੜੀ ਨਾਲੋਂ। ਮਿਸਟਰ ਗਰੇਵਾਲ ਤੂੰ ਦੇਖ ਨਹੀਂ ਸਕਦਾ ਕਿ ਲੋਡ ਜ਼ਿਆਦਾ ਤੇਰੇ ਜਹਾਜ਼ ਵਿੱਚ, ਚੈੱਕ ਨਹੀਂ ਕਰ ਸਕਦਾ ਤੂੰ? ਕਹਿੰਦੇ ਪਰ ਮੈਂ ਵੀ ਉਹ ਦਿਨ ਜਾਤਾ ਕਿ ਅੱਜ ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੇ ਕੋਲ ਖੜਿਆ ਦੇਖਿਆ ਵੀ ਮੇਰਾ ਜਹਾਜ਼ ਬਚ ਗਿਆ, ਅੱਜ ਨਹੀਂ ਤਾਂ ਮੈਂ ਮਰ ਜਾਣਾ ਸੀ। ਇਸ ਕਰਕੇ ਜਦੋਂ ਆਪਾਂ ਕਹਿੰਦੇ ਹੇ ਮਹਾਰਾਜ ਹੁਣ ਤੂੰ ਹੀ ਹੈ, ਉਹ ਉਦੋਂ ਹੀ ਆ ਜਾਂਦਾ। ਕਹਿੰਦੇ ਹਾਂ ਪੁੱਤ ਹੁਣ ਮੈਨੂੰ ਯਾਦ ਕੀਤਾ ਨਾ। ਜਦ ਤੱਕ ਆਪਾਂ ਕਹਿੰਦੇ ਕੋਈ ਨਹੀਂ ਆਪੇ ਸਜਾ ਲੂੰ ਕੰਮ, ਮੈਂ ਆਪੇ ਕਰ ਲੂੰਗਾ, ਨਿਆਣੇ ਵੀ ਐਂ ਕਹਿੰਦੇ ਹੁੰਦੇ ਮੈਂ ਆਪੇ ਕਰ ਲੂੰ, ਮਾਂ ਬਾਪ ਕਹਿੰਦੇ ਚੰਗਾ ਕਰ ਲਾਂ, ਫਿਰ ਕੰਮ ਖਰਾਬ ਹੋ ਜਾਂਦਾ। ਕਹਿੰਦੇ ਤਾਂ ਖਰਾਬ ਜੀ, ਕਹਿੰਦੇ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਸਾਨੂੰ ਕੋਈ ਮਾੜੀ ਮੋਟੀ ਸਲਾਹ ਲੈ ਲਿਆ ਕਰ ਸਿਆਣਿਆਂ ਦੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਆਪੇ ਰਚਿਆ ਸਭ ਕੈ ਸਾਥ, ਸਾਰਿਆਂ ਨਾਲ ਆਪ ਹੀ ਮਿਲਿਆ ਹੋਇਆ। ਆਪਾਂ ਅਨੁਭਵ ਨਹੀਂ ਕਰਦੇ, ਸਾਡੇ ਤਾਂ ਸਾਰੇ ਤਰੀਕੇ ਹੀ ਗਲਤ ਹੋ ਗਏ, ਸਾਡੇ ਰਸਤੇ ਹੀ ਪੰਥ ਦੇ ਗਲਤ ਹੋਏ ਪਏ ਨੇ। ਸਾਡੇ ਤਾਂ ਸਾਰਿਆਂ ਨੂੰ ਪਤਾ ਹੀ ਵਿਚਾਰਿਆਂ ਨੂੰ ਹੈ ਵੀ ਚੱਲਣਾ ਕਿਵੇਂ, ਜਿਉਣਾ ਕਿਵੇਂ ਹੈ। ਆਹ ਜਿਹੜੇ ਰਾਜਨੀਤਿਕ ਜੇ ਆ ਗਏ ਸਾਡੇ 'ਚ, ਇਹਨਾਂ ਨੇ ਤਾਂ ਸਿੱਖੀ ਦਾ ਪੱਠਾ ਹੀ ਬਹਾਤਾ। ਇਹਨਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਉੱਥੇ ਕੋਈ ਗੱਲ ਹੀ ਨਹੀਂ ਚੱਲਦੀ, ਕਿਤੇ ਨਾ ਪੰਗਤੀਆਂ ਦੀ ਗੱਲ ਚੱਲਦੀ ਹੈ, ਨਾ ਕੋਈ ਬਾਣੀ ਦੀ ਗੱਲ ਚੱਲਦੀ ਹੈ, ਨਾ ਕੋਈ ਰਹਿਤ ਦੀ ਗੱਲ ਚੱਲਦੀ ਹੈ। ਆਪ ਖਾਈ ਪੀ ਜਾਂਦੇ ਨੇ, ਲੋਕਾਂ ਨੂੰ ਖਾਣ ਪੀਣ ਲਾਤਾ ਗਾ, ਵੋਟਾਂ 'ਚ ਸ਼ਰਾਬਾਂ ਵੰਡੀ ਜਾਂਦੇ ਨੇ। ਇਹਨਾਂ ਨੇ ਕੀ ਪੰਥ ਨੂੰ ਚਲਾਉਣਾ? ਆਪ ਕੀਨੋ ਆਪਨ ਵਿਸਥਾਰ, ਸਭ ਕਛ ਉਸਕਾ ਉਹ ਕਰਨਾ ਹਾਰ। ਆਪਣੇ ਵਿਸਥਾਰ ਪ੍ਰਪੰਚ ਨੂੰ ਉਹਨੇ ਆਪ ਹੀ ਕੀਤਾ, ਸੰਸਾਰ ਨੂੰ ਸਭ ਕੁਝ ਉਹਦਾ ਹੀ ਕੀਤਾ ਹੋਇਆ, ਤੇ ਉਹ ਆਪ ਹੀ ਕਰਨ ਵਾਲਾ ਹੈ। ਉਸ ਤੇ ਭਿੰਨ ਕਹੋ ਕਿਛ ਹੋਏ, ਥਾਨ ਥਨੰਤਰ ਏਕੈ ਸੋਏ। ਦੱਸੋ ਵੀ ਉਹਦੇ ਤੋਂ ਵੱਖਰਾ ਕੁਝ ਹੁੰਦਾ? ਮਹਾਰਾਜ ਪੁੱਛਦੇ, ਕਿਉਂਕਿ ਹਰੇਕ ਜਗ੍ਹਾ ਉਹ ਆਪ ਹੀ ਪੂਰਨ ਹੈ, ਹਰ ਜਗ੍ਹਾ ਉਹ ਆਪ ਹੀ ਹੈ। ਉਹਦੇ ਤੋਂ ਵੱਖਰਾ ਹੈ ਤਾਂ ਦੱਸ ਦਿਓ। ਕੋਈ ਬੰਦਾ ਕਹੇ ਕਿ ਫਲਾਣੇ ਥਾਂ ਰੱਬ ਹੈ ਨਹੀਂ ਸੀ, ਫਲਾਣੇ ਥਾਂ ਤੇ ਨਹੀਂ, ਕੋਈ ਥਾਂ ਉਹ ਤੋਂ ਖਾਲੀ ਨਹੀਂ। ਜ਼ਰਰੇ ਜ਼ਰਰੇ ਵਿੱਚ ਕਿਣਕੇ ਵਿੱਚ ਉਹ ਮਾਲਕ ਸਮਾਇਆ ਹੋਇਆ ਆਪ ਹੀ ਹੈ। ਆਪਣੇ ਚਲਤ ਆਪ ਕਰਨਾ ਹਾਰ, ਕੌਤਕ ਕਰੈ ਰੰਗ ਆਪਾਰ। ਆਪਣੇ ਚਰਿਤਰਾਂ ਨੂੰ ਆਪ ਹੀ ਕਰਨ ਵਾਲਾ, ਕੌਤਕਾਂ ਨੂੰ ਉਹ ਅਪਾਰ ਬੇਅੰਤ ਰੰਗਾਂ ਦੇ ਕੌਤਕਾਂ ਨੂੰ ਕਰਦਾ ਪਰਮਾਤਮਾ। ਮਨ ਮਹਿ ਆਪੇ ਮਨ ਆਪਣੇ ਮਾਹਿ, ਨਾਨਕ ਕੀਮਤ ਕਹਿਣ ਨਾ ਜਾਏ। ਉਹ ਆਪ ਹੀ ਮਨ ਹੁੰਦਾ ਜੀਵ ਦੇ ਵਿੱਚ ਹੈ। ਮਨ ਮੈਂ ਆਪ, ਮਨ ਆਪਣੇ ਮਾਹਿ, ਅਤੇ ਮਨ ਜੀਵ ਦੇ ਵਿੱਚ ਉਹ ਕੀ ਆ? ਜੀਵ ਦੇ ਵਿੱਚ ਉਹ ਆਪ ਹੀ, ਜੀਵ ਉਹਦੇ ਆਪਣੇ ਵਿੱਚ ਹੈ,
ਤਾਣੇ ਪੇਟੇ ਵਾਂਗੂ ਇੱਕ ਦੂਜੇ ਨਾਲ ਲੀਨ ਨੇ। ਮਨ ਤੂੰ ਜੋਤ ਸਰੂਪ ਹੈ। ਮਨ ਮਹਿ ਆਪ, ਮਨ ਦਾ ਅਰਥ ਇੱਥੇ ਜੀਵ ਮੈਂ ਆਪ ਤੇ ਜੀਵ ਆਪਣੇ ਮਾਹੇ। ਆਪਣੇ ਜੀਵ ਦੇ ਵਿੱਚ ਆਪ ਹੀ ਸਮਾਇਆ। ਜੀਵ ਆਤਮਾ ਹੈ ਤੇ ਆਤਮਾ ਜੀਵ ਹੈ, ਇੱਕੋ ਰੂਪ ਹੋ ਕੇ ਬੈਠੇ ਨੇ। ਇਹਦੇ ਵਿੱਚੋਂ ਹੀ ਹਉਮੈ ਨੂੰ ਜੇ ਦੂਰ ਕਰ ਦਈਏ ਤੇ ਜੀਵ ਪੁਣਾ ਉਤਰ ਜਾਂਦਾ, ਕੱਲੀ ਆਤਮਾ ਦਾ ਪ੍ਰਕਾਸ਼ ਹੋ ਜਾਂਦਾ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਉਹ ਵਾਹਿਗੁਰੂ ਦੀ ਕੀਮਤ ਕਹੀ ਨਹੀਂ ਜਾ ਸਕਦੀ। ਕੀਮਤ ਕਹਿਣ ਨਾਲੋਂ ਤਾਂ ਕਹਿੰਦੇ ਉਹਦੀ ਹੋਰ ਉਪਮਾ ਕਰੀਏ ਆਪਾਂ। ਸਤ 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 ਪ੍ਰਭ ਸੁਆਮੀ, ਗੁਰ ਪ੍ਰਸਾਦ ਕਿਨੈ ਬਖਿਆਨੀ। ਉਹ ਵਾਹਿਗੁਰੂ ਸੁਆਮੀ ਪਿੱਛੇ ਵੀ ਸਤ ਸੀ, ਹੁਣ ਵੀ ਸਤ ਸਰੂਪ ਹੈ, ਅੱਗੇ ਨੂੰ ਵੀ ਸਤ ਸਰੂਪ ਹੀ ਹੋਵੇਗਾ। ਸਤ ਤੋਂ ਭਾਵ ਸਤਿਗੁਰਾਂ ਦੇ ਉਪਦੇਸ਼ ਦੁਆਰਾ ਜਿਹਨੇ ਸਤਨਾਮ ਵਾਹਿਗੁਰੂ ਨੂੰ ਜਪਿਆ, ਉਹਨੇ ਵਾਹਿਗੁਰੂ ਸੁਆਮੀ ਨੂੰ ਸਤ ਸਰੂਪ ਕਰਕੇ ਜਾਣ ਲਿਆ। ਪਰ ਗੁਰਾਂ ਦੀ ਕਿਰਪਾ ਦੁਆਰਾ ਇਹ ਗੱਲ ਕਿਸੇ ਵਿਰਲੇ ਨੇ ਹੀ ਵਿਖਿਆਨੀ ਹੈ, ਆਖੀ ਹੈ, ਕਥਨ ਕੀਤੀ ਹੈ। ਸੱਚ 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 ਸਭ ਕੀਨਾ, ਕੋਟ ਮੱਧੇ ਕਿਨੈ ਬਿਰਲੇ ਚੀਨਾ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੋ ਕੁਝ ਵਾਹਿਗੁਰੂ ਨੇ ਕੀਤਾ ਉਹ ਪਿੱਛੇ ਵੀ ਸੱਚ ਸੀ, ਹੁਣ ਵੀ ਸੱਚ ਹੈ ਸਾਰਾ ਹੀ, ਅੱਗੇ ਨੂੰ ਵੀ ਸਾਰਾ ਸੱਚ ਹੀ ਹੋਵੇਗਾ। ਨਿਸ਼ਚੈ ਕਰਕੇ ਜੋ ਕੁਝ ਵਾਹਿਗੁਰੂ ਨੇ ਕੀਤਾ ਉਹ ਸਭ ਸੱਚ ਹੀ ਹੈ। ਪਰ ਇਹ ਗੱਲ ਨੂੰ ਕਰੋੜਾਂ ਵਿੱਚੋਂ ਕਿਸੇ ਵਿਰਲੇ ਬੰਦੇ ਨੇ ਚੀਨਾ ਹੁੰਦਾ ਜਾਣਿਆ। ਭਲਾ 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 ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ। ਇਹ ਵਾਹਿਗੁਰੂ ਤੇਰਾ ਰੂਪ ਪਿੱਛੇ ਵੀ ਭਲਾ ਹੀ ਸੀ, ਤੂੰ ਉਦੋਂ ਵੀ ਇਸ ਤਰ੍ਹਾਂ ਹੀ ਸੀ, ਹੁਣ ਵੀ ਭਲਾ ਹੀ ਹੈ, ਅੱਗੇ ਨੂੰ ਵੀ ਭਲਾ ਹੀ ਹੋਵੇਗਾ। ਤਿੰਨਾਂ ਸਮਿਆਂ ਵਿੱਚ ਤੇਰਾ ਰੂਪ ਭਲਾ ਹੀ ਹੈ, ਕਿਉਂਕਿ ਭਲੀ ਪ੍ਰਕਾਰ ਤੇਰਾ ਰੂਪ ਭਲਿਆਂ ਤੋਂ ਭਲਾ ਹੈ। ਭਲੇ ਗੁਰੂ ਪਾਸੋਂ ਭਲਾ ਚੰਗਾ ਉਪਦੇਸ਼ ਲੈਣ ਨਾਲ ਆਪ ਜੀ ਦਾ ਸਰੂਪ ਭਲਾ ਚੰਗਾ ਨਿਸ਼ਚੈ ਹੋ ਜਾਂਦਾ। ਆਪ ਜੀ ਦਾ ਸਰੂਪ ਅਤੀ ਸੁੰਦਰ ਹੈ, ਪਾਰਾਵਾਰ ਤੋਂ ਰਹਿਤ ਹੈ, ਉਪਮਾ ਤੋਂ ਰਹਿਤ ਹੈ। ਨਿਰਮਲ 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 ਤੇਰੀ ਬਾਣੀ, ਘਾਟ ਘਾਟ ਸੁਣੀ ਸ਼ਰਵਨ ਬਖਿਆਣੀ। ਇਹ ਵਾਹਿਗੁਰੂ ਆਪ ਜੀ ਦੀ ਜਿਹੜੀ ਬਾਣੀ ਹੈ, ਨਾਮ ਬਾਣੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਹੁਣ ਆਪ ਦੀ ਬਾਣੀ ਪਿੱਛੇ ਵੀ ਨਿਰਮਲ ਸੀ। ਜਦੋਂ ਆਪ ਨੇ ਦੁਨੀਆ ਬਣਾਈ ਹੈ ਉਦੋਂ ਆਪ ਜੀ ਨੇ ਬਚਨ ਕੀਤਾ, ਓੰਕਾਰ, ਸ੍ਰਿਸ਼ਟੀ ਰਚੀ ਗਈ। ਉਹ ਤੇਰੀ ਬਾਣੀ ਨਿਰਮਲ, ਜਿਹੜੀ ਫਿਰ ਤੁਸੀਂ ਆ ਕਰਕੇ 10 ਸਰਗੁਣ ਰੂਪਾਂ ਵਿੱਚ ਜਿਹੜੀ ਬਾਣੀ ਕਥਨ ਕੀਤੀ ਸੀ, ਜਿਹੜੇ ਬੋਲ ਬੋਲੇ ਸੀ ਤੁਸੀਂ, ਜਿਹੜੇ ਬਚਨ ਕਹੇ ਸੀ ਆਪ ਜੀ ਨੇ, ਉਹ ਵੀ ਤੇਰੀ ਬਾਣੀ ਨਿਰਮਲ ਹੈ। ਜਿਹੜੀ ਤੁਸੀਂ ਧੁਰ ਕੀ ਬਾਣੀ ਸਾਨੂੰ ਪ੍ਰਗਟ ਕਰਕੇ ਦਿੱਤੀ ਹੈ, ਇਹ ਤੁਹਾਡੀ ਬਾਣੀ ਮੁੱਖ ਵਿੱਚੋਂ ਨਿਕਲੀ, ਇਹ ਵੀ ਬਾਣੀ ਤੇਰੀ ਨਿਰਮਲ ਹੈ। ਤਿੰਨਾਂ ਸਮਿਆਂ ਵਿੱਚ ਤੇਰੀ ਇਹ ਧੁਰ ਕੀ ਬਾਣੀ ਨਿਰਮਲ, ਅੱਜ ਵੀ ਇਹ ਬਾਣੀ ਨਿਰਮਲ ਹੈ, ਆਉਣ ਵਾਲੇ ਸਮੇਂ ਵਿੱਚ ਵੀ ਨਿਰਮਲ ਹੋਵੇਗੀ। ਸਮਾਪਤੀ ਹੋਏਗੀ ਸ੍ਰਿਸ਼ਟੀ ਦੀ ਤਾਂ ਵੀ ਤੇਰੀ ਬਾਣੀ ਨਿਰਮਲ ਹੀ ਹੋਵੇਗੀ। हे ਨਿਰਮਲ ਪਰਮਾਤਮਾ, ਆਪ ਜੀ ਦੇ ਨਾਮਾਂ ਰੂਪੀ ਬਾਣੀ ਨਿਰਮਲ ਤੋਂ ਨਿਰਮਲ ਹੈ। ਨਿਰਮਲ ਗੁਰਾਂ ਦੇ ਨਿਰਮਲ ਉਪਦੇਸ਼ ਦੁਆਰਾ ਜਿਹਨੇ ਤੇਰੀ ਨਾਮ ਬਾਣੀ ਜਪੀ ਹੈ, ਉਹਦਾ ਅੰਤःਕਰਨ ਨਿਰਮਲ ਹੋਇਆ। ਸਰੀਰ ਨੇ ਨਾਮ ਬਾਣੀ ਕੰਨਾਂ ਨਾਲ ਸੁਣੀ ਤੇ ਜੀਭ ਵੀ ਨਾਲ ਆਖੀ। ਘਟ ਘਟ ਸੁਣੀ ਸ਼ਰਵਨ ਬਖਿਆਣੀ। ਸਰੀਰ ਨੇ ਨਾਮ ਬਾਣੀ ਕੰਨਾਂ ਨਾਲ ਸੁਣੀ ਤੇ ਜੀਭ ਨਾਲ ਆਖੀ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਤਿੰਨ ਪਵਿੱਤਰ ਇਕੱਠੇ ਹੋਏ ਨੇ ਨਾ ਤੇ ਇੱਕ ਪੁਨੀਤ ਸ਼ਬਦ ਬਣਦਾ ਤਿੰਨਾਂ ਪਵਿੱਤਰਾਂ ਦਾ। ਉਹ ਪੁਰਸ਼ ਪੁਨੀਤ ਤੋਂ ਪੁਨੀਤ ਹੈ, ਪਵਿੱਤਰ ਤੇ ਚੌਥਾ ਪੁਨੀਤ ਅੱਖਰ ਲੱਗ ਗਿਆ। ਉਹ ਪੁਰਸ਼ ਚਾਰੇ ਯੁੱਗਾਂ ਵਿੱਚ ਹੀ ਪਵਿੱਤਰ ਹੈ ਭਾਈ। ਉਸ ਮਨੁੱਖ ਦੇ ਚਾਰ ਹਿਤ ਭਾਵ ਅੰਤःਕਰਨ ਪਵਿੱਤਰ ਹੋ ਗਏ, ਮਨ ਬੁੱਧ ਚਿੱਤ ਅਹੰਕਾਰ। ਸਤਿਗੁਰੂ ਕਹਿੰਦੇ ਜੋ ਮਨ ਵਿੱਚ ਪ੍ਰੀਤੀ ਧਾਰ ਕੇ ਨਾਮ ਜਪਦਾ ਹੈ, ਉਹਦਾ ਸਭ ਕੁਝ ਹੀ ਪਵਿੱਤਰ ਹੋ ਜਾਂਦਾ। ਪਵਿੱਤਰ ਗੁਰੂ ਦੇ ਪਵਿੱਤਰ ਉਪਦੇਸ਼ ਦੁਆਰਾ ਜੋ ਪਵਿੱਤਰ ਹੋ ਕੇ ਮਨ ਵਿੱਚ ਪ੍ਰੀਤੀ ਧਾਰ ਕੇ ਨਾਮ ਜਪਦਾ ਹੈ, ਉਹ ਪੁਨੀਤ ਹੋ ਜਾਂਦਾ ਹੈ, ਬਹੁਤਾ ਹੀ ਜ਼ਿਆਦਾ। ਉਹ ਨਾਮ ਜਪਣ ਵਾਲਿਆਂ ਨੂੰ ਪੁਨੀਤ ਕਹਿੰਦੇ ਸਤਿਗੁਰੂ।